ਤੁਹਾਨੂੰ ਤੇ ਸਾਨੂੰ ਗੁੰਮਰਾਹ ਕੀਤਾ ਜਾ ਰਿਹਾ ਵਾਇਆ ਜਥੇਦਾਰ। ਬੇਅਦਬੀ ਦੇ ਦੋਸ਼ੀ ਕਿਹਨੇ ਕੀਤੀ, ਕਿਹਨੇ ਕਰਾਈ, ਸਭ ਕੁਛ ਜੱਗ ਜਾ ਰਿਹਾ ਤੇ ਅਸੀਂ ਗੋਡੇ ਨਾਲ ਗੋਡਾ ਜੋੜ ਕੇ ਬੈਠੇ ਹਾਂ ਜੀ। ਪੰਥਕ ਏਕਤਾ, ਬੰਦੀ ਸਿੰਘਾਂ ਦੀ ਰਿਹਾਈ। ਪੰਥ ਤੇ ਆਫਤ ਹੀ ਪਈ ਆ, ਸੋਸ਼ਲ ਮੀਡੀਆ ਤੇ ਰੌਲਾ ਪਈ ਜਾਂਦਾ। ਕਿਉਂ ਪਈ ਜਾਂਦਾ? ਵੀ ਸੰਗਰੂਰ ਵਾਲੀ ਇਲੈਕਸ਼ਨ ਆ। ਬਸ ਜਿੱਦਣ ਸੰਗਰੂਰ ਵਾਲੀ ਇਲੈਕਸ਼ਨ ਹੋ ਗਈ ਉਸ ਦਿਨ ਪੰਥ ਠੀਕ ਠਾਕ ਹੋ ਜਾਣਾ। ਉਹ ਗੁਰੂ ਤੇ ਬੜਾ ਕੁਛ ਕਰਦਾ, ਭੁਲੱਕੜੋ ਆਪਾਂ ਫਿਰ ਭੁੱਲੀ ਜਾਂਦੇ ਹਾਂ। ਫਿਰ ਨਹੀਂ ਜੀ ਨਹੀਂ, ਪੰਥਕ ਏਕਤਾ, ਵਾਟ ਇਜ਼ ਦਿਸ? ਕਿਹੜੀ ਪੰਥਕ ਏਕਤਾ ਯਾਰ? ਹੁਣ ਤੁਸੀਂ ਦੱਸੋ ਵੀ 328 ਸਰੂਪ ਦਾ ਮਸਲਾ ਵੱਡਾ ਹੈ ਜਾਂ ਜਥੇਦਾਰ ਦੀ ਸਿਕਿਉਰਟੀ ਦਾ ਮਸਲਾ ਵੱਡਾ? ਵੀਰ ਬੈਠੇ ਹੋਏ ਨੇ ਜਿਹੜੇ ਮੀਡੀਆ ਵਾਲੇ ਵੀਰ, ਇਹਨਾਂ ਦੇ ਰਾਹੀਂ ਕਹਿਣਾ ਕਿਉਂ ਨਾ ਵੀ ਆ ਜਿਹੜੇ ਕੁਝ ਲੋਕ ਸ਼੍ਰੋਮਣੀ ਕਮੇਟੀ ਵਿੱਚ ਹੈਗੇ ਨੇ ਜਿਹੜੇ ਗੁਰਸਿੱਖ ਆ, ਉਹ ਤੁਸੀਂ ਭਰਾਵੋ ਜ਼ਮੀਰ ਜਗਾ ਲਓ। ਸਾਡਾ ਕੋਈ ਵੰਡ ਵਿਹਾਰ ਨਹੀਂ, ਸਾਡੀ ਕੋਈ ਨਿੱਜੀ ਲੜਾਈ ਨਹੀਂ। ਅਸੀਂ ਕਹਿੰਦੇ ਹਾਂ ਗੁਰੂ ਗ੍ਰੰਥ ਸਾਹਿਬ 'ਤੇ ਕਬਜ਼ਾ ਕਰਨਾ ਛੱਡ ਦਿਓ ਬਸ। ਦੁਨੀਆ ਦੇ ਇਤਿਹਾਸ ਵਿੱਚ ਕਦੇ ਪੰਜ ਪਿਆਰੇ ਤਲਬ ਹੁੰਦੇ ਦੇਖੇ ਹੈ? ਮੱਕੜ ਦੇ ਰਾਹੀਂ ਪੰਜ ਪਿਆਰੇ ਤਲਬ ਕਰਾਤੇ, ਪੰਜ ਪਿਆਰੇ ਸਸਪੈਂਡ ਹੋਏ। ਤੁਹਾਡਾ ਕੰਸੈਪਟ ਸਸਪੈਂਡ ਕੀਤਾ। ਸਾਡਾ ਫਿਰ ਖਾਣਾ ਹਰਾਮ ਹੋਣਾ ਚਾਹੀਦਾ ਓਨਾ ਚਿਰ ਜਿੰਨਾ ਚਿਰ ਇਸ ਬਾਦਲ ਨੂੰ, ਪਰਿਵਾਰ ਨੂੰ ਗਲਮਿਓਂ ਫੜ ਕੇ ਸ਼੍ਰੋਮਣੀ ਕਮੇਟੀ ਤੋਂ ਪਰੇ ਨਹੀਂ ਕਰ ਦਿੰਦੇ। ਸਰਕਾਰ ਦਾ ਹੋਵੇ, ਪੰਜਾਬ ਸਰਕਾਰ ਦਾ ਹੋਵੇ, ਹਰ ਇੱਕ ਅਦਾਰੇ ਦੀ RTI ਰਾਹੀਂ ਜਾਣਕਾਰੀ ਮਿਲਦੀ ਆ ਵੀ ਕਿੰਨਾ ਖਰਚ ਹੋਇਆ, ਕਿੱਥੇ ਗਿਆ। ਇੱਕੋ ਅਦਾਰਾ ਜਿਹਦੀ ਕੋਈ ਜਾਣਕਾਰੀ ਨਹੀਂ। ਬੋਰੀ ਭਰੋ, ਜਿੱਥੇ ਮਰਜ਼ੀ ਵੰਡ ਦਿਓ, ਚੱਟਾ ਲੈ ਆਓ, ਸਮੈਕ ਲੈ ਆਓ, ਵੋਟਾਂ ਸਾਨੂੰ ਪਾ ਦਿਓ। ਸਤਿਗੁਰੂ ਸਾਹਿਬ ਜੀ ਦੀ ਪਾਵਨ ਪਵਿੱਤਰ ਗੋਦ ਵਿੱਚ ਜੁੜ ਕੇ ਗੁਰਬਾਣੀ ਦਾ ਲਾਹਾ ਪ੍ਰਾਪਤ ਕਰ ਰਹੇ ਹੋ। ਲੰਮੇ ਸਮੇਂ ਤੋਂ ਤੁਸੀਂ ਬੈਠੇ ਹੋਏ ਹੋ। ਤੁਹਾਡਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਹੈ, ਕਿਉਂਕਿ ਇੰਨਾ ਲੰਮਾ ਸਮਾਂ ਬੈਠਣਾ, ਅੱਜ ਕੱਲ੍ਹ ਖਾਦਾਂ ਦਵਾਈਆਂ ਦੀ ਖੁਰਾਕ ਹੋਣ ਕਰਕੇ ਸਰੀਰ ਉਨੇ ਬਲਵਾਨ ਨਹੀਂ, ਕਮਜ਼ੋਰ ਹੈ। ਪਰੰਤੂ ਫਿਰ ਵੀ ਤੁਸੀਂ ਲੰਮੇ ਸਮੇਂ ਤੋਂ ਬੈਠ ਕੇ ਗੁਰਬਾਣੀ ਨੂੰ ਸਰਵਣ ਕੀਤਾ। ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ। ਗੁਰਮੁਖ ਪਿਆਰੇ ਭਾਈ ਪ੍ਰਗਟ ਸਿੰਘ ਹੁਣਾਂ ਨੇ ਤੁਹਾਨੂੰ ਗੁਰਬਾਣੀ ਦੀ ਕਥਾ, ਇਤਿਹਾਸ ਦੀ ਕਥਾ, ਅਜੋਕੇ ਸਮੇਂ ਦਾ ਜੋ ਵਰਤਾਂਤ ਹੈ ਉਹਦੇ ਨਾਲ ਸਾਂਝ ਪਵਾਈ ਹੈ। ਵੱਖ ਵੱਖ ਬੁਲਾਰੇ ਸਾਹਿਬਾਨਾਂ ਨੇ ਆਪਣੇ ਮਨ ਦੇ ਵਲਵਲੇ ਗੁਰੂ ਕੀਆਂ ਸੰਗਤਾਂ ਨਾਲ ਸਾਂਝੇ ਕੀਤੇ ਨੇ। ਜੋ ਜੋ ਕੌਮ ਵਿੱਚ ਦਫੇਟ ਹੈ ਉਹਨੂੰ ਉਜਾਗਰ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਜੋ ਜੋ ਦਰਪੇਸ਼ ਮੁਸ਼ਕਲਾਂ ਨੇ ਉਹ ਸਾਂਝੀਆਂ ਕਰਨ ਦੀ ਕੋਸ਼ਿਸ਼ ਕੀਤੀ ਹੈ। ਆਓ ਸਭ ਤੋਂ ਪਹਿਲਾਂ ਸਤਿਗੁਰੂ ਪਾਤਸ਼ਾਹ ਜੀ ਦੀ ਬਖਸ਼ੀ ਹੋਈ ਫਤਿਹ ਦੀ ਸਾਂਝ ਪਾਈਏ। ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਲੌਕਾ ਨਗਰ ਦਾ, ਬਲਟੋਆ ਨਗਰ ਦਾ ਬੜਾ ਤਕੜਾ ਆਸਾਨਮੰਦ ਆ ਮੈਂ, ਕਿਉਂਕਿ ਤੁਸੀਂ ਅੱਜ ਮੇਰੇ ਜਿਹੜੇ 18-19 ਮਹੀਨੇ ਦਾ ਤਸ਼ੱਦਦ ਆ ਉਹਨੂੰ ਘੱਟ ਕਰਨ ਦੀ ਬਹੁਤ ਵੱਡੀ ਕੋਸ਼ਿਸ਼ ਕੀਤੀ ਹੈ। ਮੈਨੂੰ ਵੱਡਾ ਹੁਲਾਰਾ ਮਿਲਿਆ, ਕਿਉਂਕਿ ਜਦੋਂ ਜੇਲ੍ਹ ਵਿੱਚ ਬੈਠਾ ਵਿਅਕਤੀ ਸੋਚਦਾ ਹੈ, ਪਿੱਛੇ ਦੇਖਦਾ ਹੈ, ਉਦੋਂ ਇਹ ਸੋਚਦਾ ਕਿ ਜੇਲ੍ਹ ਵਿੱਚ ਆ ਗਏ ਹਾਂ, ਪਿੱਛੇ ਤਾਂ ਕੋਈ ਪਰਿਵਾਰ ਦਾ ਵੀ ਹਾਲ ਚਾਲ ਨਹੀਂ ਜਾਣ ਰਿਹਾ, ਕਾਰੋਬਾਰ ਠੱਪ ਹੋ ਜਾਂਦੇ ਹੈ। ਇੱਕ ਹੀ ਪਾਸੇ ਖੁਸ਼ੀ ਹੁੰਦੀ ਹੈ, ਦੁਸ਼ਮਣ ਦੇ ਵਿਹੜੇ ਵਿੱਚ ਖੁਸ਼ੀ ਹੁੰਦੀ ਹੈ, ਪਰੰਤੂ ਕਾਰੋਬਾਰ ਠੱਪ ਹੋਣ ਜਾਣ ਦਾ ਵੀ ਗਮ ਘੱਟ ਹੁੰਦਾ। ਪਰੰਤੂ ਜਿਹੜੇ ਨਿਸ਼ਾਨੇ ਆ ਉਹ ਪਿੱਛੇ ਹੋ ਜਾਂਦੇ ਆ। ਨਿਸ਼ਾਨੇ ਤੋਂ ਇਨਸਾਨ ਥੜਕ ਜਾਂਦਾ ਹੈ ਅਤੇ ਜਿਹੜੇ ਨਾਲ ਤੁਰਨ ਵਾਲੇ ਸਿੰਘ ਉਹਨਾਂ ਦੇ ਮਨ ਵਿੱਚ ਵੀ ਆ ਜਾਂਦੀ ਹੈ ਕਿ ਜੇ ਇਹ ਆਪ ਜੇਲ੍ਹ ਚਲੇ ਗਿਆ, ਹੋ ਸਕਦਾ ਸਾਨੂੰ ਵੀ ਜੇਲ੍ਹ ਨਾ ਲੈ ਜਾਣ। ਇਹ ਡਰ ਦਾ ਪਰਛਾਵਾਂ ਸਾਰਿਆਂ 'ਤੇ ਬਣਦਾ ਹੈ। ਸੋ ਇਹਨਾਂ ਮੁਸ਼ਕਲਾਂ ਵਿੱਚੋਂ ਕਿਵੇਂ ਨਿਕਲਿਆ ਜਾਵੇ, ਕੀ ਕੀਤਾ ਜਾਵੇ, ਕਿਉਂਕਿ ਆਪਾਂ ਰੋਗ ਦੀ ਐਨਾਲਿਸਿਸ, ਰੋਗ ਦਾ ਜਿਹੜਾ ਸਾਰਾ ਇੱਥੇ ਹੋ ਰਿਹਾ, ਲੰਮੇ ਸਮੇਂ ਤੋਂ ਆਪਾਂ ਮਾਈਕ ਉੱਤੇ ਰੋਗ ਦੀ ਗੱਲ ਕਰ ਰਹੇ ਹਾਂ ਵੀ ਆਹ ਅਲਾਮਤਾਂ ਹੈ, ਬਾਦਲ ਪਰਿਵਾਰ ਨੇ ਆਹ ਕੀਤਾ, ਸ਼੍ਰੋਮਣੀ ਕਮੇਟੀ ਨੇ ਆਹ ਕੀਤਾ, ਜਥੇਦਾਰਾਂ ਨੇ ਆਹ ਕੀਤਾ, ਮੌਜੂਦਾ ਸਰਕਾਰ ਨੇ ਆਹ ਕੀਤਾ। ਇਹ ਆਪਾਂ ਕਹਿ ਕੇ ਸੁਰਖਰੂ ਹੋਣ ਦੀ ਕੋਸ਼ਿਸ਼ ਕਰਦੇ ਹਾਂ ਸਾਰੇ ਜਾਣੇ ਕਿ ਕਹਿ ਦਿੱਤਾ। ਕਈ ਵਾਰ ਕੋਈ ਗਰਮਜੋਸ਼ੀ ਨਾਲ ਕਹਿ ਰਿਹਾ, ਕੋਈ ਠੰਡੇ ਸੁਭਾਅ ਨਾਲ ਕਹਿ ਰਿਹਾ, ਪਰ
ਕਹਿਣ ਨਾਲ ਮਸਲਾ ਹੱਲ ਨਹੀਂ ਹੋਣ ਵਾਲਾ। ਇੱਥੇ ਬਹੁਤ ਸਾਰੀਆਂ ਰੂਹਾਂ ਬੈਠੀਆਂ ਨੇ, ਮੈਂ ਇਕੱਲੇ ਇਕੱਲੇ ਦਾ ਨਾਮ ਲੈਣ ਲੱਗਿਆ ਫਿਰ ਜਿਹੜੇ ਵੀਰਾਂ ਦਾ ਨਾਮ ਰਹਿ ਜਾਏਗਾ ਉਹ ਕਹਿਣਗੇ ਕਿ ਸਾਡੇ ਨਾਲ ਉਹ ਠੀਕ ਨਹੀਂ ਹੋਇਆ। ਸਾਰੇ ਹੀ ਤੁਸੀਂ ਮੇਰੇ ਸਿਰ ਦੀ ਦਸਤਾਰ ਹੋ। ਜਦੋਂ ਵੀ ਤੁਹਾਨੂੰ ਸੱਦਿਆ, ਜਦੋਂ ਬੁਲਾਇਆ, ਤੁਸੀਂ ਪਿੱਛਾ ਨਹੀਂ ਦਿੱਤਾ। ਆਹ ਵੀਰ ਇੱਥੇ ਬੈਠੇ ਹੋਏ ਨੇ, ਚੰਡੀਗੜ੍ਹ ਜਦੋਂ CBI ਨੇ ਕਲੂਜਰ ਰਿਪੋਰਟ ਦਿੱਤੀ, 2 ਇਹ ਵੀਰ ਬੈਠੇ ਹੋਏ ਨੇ। ਇਹ ਗੁਰਮੀਤ ਸਿੰਘ ਹੁਣਾਂ ਦੇ ਕੰਨ ਵਿੱਚ ਉਹਨਾਂ ਦਾ ਪ੍ਰੈਸ਼ਰ ਵੱਜਦਾ ਅਤੇ ਕੰਨ ਦਾ ਪਰਦਾ ਪਾੜ ਜਾਂਦਾ। ਘਰ ਦੀ ਕੰਡੀਸ਼ਨ ਕੀ ਹੈ ਇਹ ਤੁਸੀਂ ਸਾਰੇ ਜਾਣਦੇ ਹੋ। ਕਿਰਤੀ ਸਿੱਖ ਆ, ਕੋਈ ਜ਼ਮੀਨ ਨਹੀਂ, ਕੁਝ ਨਹੀਂ, ਕੋਈ ਸਾਧਨ ਤਾਂ ਨਹੀਂ। ਕੌਣ ਗਿਆ ਫਿਰ? ਉੱਠ ਕੇ ਗਿਆ ਇਹ ਵੀਰ। ਇਹਦੀ ਲੱਤ ਫ੍ਰੈਕਚਰ ਹੋ ਜਾਂਦੀ ਆ, ਬਾਂਹ 'ਤੇ ਸੱਟ ਵੱਜਦੀ ਆ, ਬਾਂਹ ਫ੍ਰੈਕਚਰ ਹੋ ਜਾਂਦੀ, ਟੁੱਟ ਜਾਂਦੀ ਹੈ। ਪਿੱਛੇ ਕੌਣ ਹੈ? ਕੋਈ ਵੀ ਨਹੀਂ। ਆਉਣ ਵਾਲਾ ਕੌਣ ਹੈ? ਕੋਈ ਵੀ ਨਹੀਂ। ਕਾਹਦੇ ਖਾਤਰ ਗਿਆ? ਗੁਰੂ ਗ੍ਰੰਥ ਸਾਹਿਬ ਖਾਤਰ। ਅਤੇ ਇਹ ਪਵਾੜਾ ਸ਼ੁਰੂ ਕਿਹਨੇ ਕੀਤਾ? ਬਾਦਲਾਂ ਨੇ। ਫਿਰ ਜਦੋਂ 2015 ਦੀ ਬੇਅਦਬੀ ਹੁੰਦੀ ਆ, ਉਦੋਂ ਸਰਕਾਰ ਕਿਹਨਾਂ ਦੀ ਸੀ ਕਹਿਣ ਦੀ ਲੋੜ ਹੀ ਨਹੀਂ, ਪਤਾ ਹੀ ਆ ਤੁਹਾਨੂੰ। ਅਤੇ ਜਿਹੜੇ ਬੰਦਿਆਂ ਨੇ ਕੀਤੀ ਹੈ ਉਹਨਾਂ ਦਾ ਸਾਥ ਕਿਹਨੇ ਦਿੱਤਾ ਇਹ ਵੀ ਕਹਿਣ ਦੀ ਲੋੜ ਨਹੀਂ, ਪਤਾ। ਅਤੇ ਜਦੋਂ ਇਹ ਸਾਰਾ ਹੁੰਦਾ ਸੀ ਜਥੇਦਾਰ ਕੌਣ ਸੀ ਇਹ ਵੀ ਕਹਿਣ ਦੀ ਲੋੜ ਨਹੀਂ। ਇਹੀ ਸੀ ਨਾ, ਇਹ ਮਦਰਾ ਜਾ ਵੀਰ ਇਹੀ ਸੀਗਾ। ਅੱਜ ਕੀ ਹੈ ਰੌਲਾ? ਸਾਨੂੰ ਭੁੱਲਣ ਦੀ ਆਦਤ ਪੈ ਗਈ। ਵੇਖੋ ਹੁਣ ਮੇਰੀਆਂ ਸਤਿਕਾਰਯੋਗ ਭੈਣਾਂ ਬੈਠੀਆਂ ਨੇ, ਬੀਬੀਆਂ ਬੈਠੀਆਂ ਨੇ। ਜੇ ਸਵੇਰ ਦਾ ਪ੍ਰਸ਼ਾਦਾ ਪਕਾਉਣਾ ਭੁੱਲ ਜਾਣ, ਘਰੇ ਕੀ ਹੋਊਗਾ? ਕਲੇਸ਼। ਜੇ ਦੁਪਹਿਰ ਦਾ ਨੇਮ ਭੁੱਲ ਜਾਣ ਪ੍ਰਸ਼ਾਦੇ ਦਾ, ਘਰੇ ਕੀ ਹੋਊਗਾ? ਕਲੇਸ਼। ਸ਼ਾਮ ਦਾ ਪ੍ਰਸ਼ਾਦਾ ਭੁੱਲ ਜਾਣ, ਸਭ ਤੋਂ ਵੱਧ ਕਲੇਸ਼ ਕੌਣ ਕਰੂਗਾ? ਆਪਾਂ। ਇਹ ਸਾਡੇ ਪੇਟ ਦੀ ਜ਼ਰੂਰਤ ਆ ਨਾ, ਸਾਡੇ ਸਰੀਰ ਦੀ ਜ਼ਰੂਰਤ ਆ ਪ੍ਰਸ਼ਾਦਾ। ਪਰੰਤੂ ਗੁਰਬਾਣੀ ਕੀ ਹੈ? ਸਾਡੇ ਰੂਹ ਦੀ ਖੁਰਾਕ ਹੈ। ਅਤੇ ਜੇ ਸਾਡੇ ਰੂਹ ਦੀ ਖੁਰਾਕ ਖੋਹ ਕੇ ਗਲੀਆਂ 'ਚ ਖਿਲਾਰੀ ਜਾਵੇ ਫਿਰ ਅਸੀਂ ਭੁੱਲ ਜਾਂ ਫਿਰ ਸਾਡੇ ਨਾਲੋਂ ਕਾਇਰ ਕੌਣ ਹੋ ਸਕਦਾ ਬਈ? ਅਸੀਂ ਭੁੱਲੇ ਨਹੀਂ ਹੈ ਭਲਾ? ਅਸੀਂ ਭੁੱਲੇ ਹਾਂ। ਅਸੀਂ 78 ਭੁੱਲਿਆ, 84 ਭੁੱਲਿਆ, ਅਸੀਂ 90 ਦਾ ਦਹਾਕਾ ਭੁੱਲਿਆ। ਆ ਜਿਹੜੇ ਲੂੰਬੜ ਅੱਜ ਲੋਕ ਤੁਸੀਂ ਦੇਖ ਰਹੇ ਹੋ ਨਾ, ਅੱਜ ਬੜੀਆਂ ਬੜੀਆਂ ਗੱਲਾਂ ਕਰਦੇ ਨੇ। ਜਾਣ ਬੁੱਝ ਕੇ ਇਹਨਾਂ ਨੇ ਬਾਈਕਾਟ ਕੀਤਾ ਸੀ 90 ਦੇ ਦਹਾਕੇ ਵਿੱਚ। ਆਹ ਸੋ ਕਾਲਡ ਅਕਾਲੀ ਦਲ, ਵੱਡੇ ਛੋਟੇ ਜਿਹੜੇ ਵੀ, ਭਾਵੇਂ ਉਹ ਕਿਰਪਾਨ ਲੈ ਕੇ ਤੁਰੇ ਫਿਰਦੇ ਆ ਕਿ ਮੈਂ ਨਹੀਂ ਜਾਣਾ, ਇਹਨਾਂ ਨੇ ਸਾਰਿਆਂ ਨੇ ਰਲ ਕੇ ਅਕਾਲੀ ਦਲ ਕੀਤਾ ਸੀ। ਅੰਦਰ ਕੋਠੜੀ ਦੇ ਵਿੱਚ ਇਹਨਾਂ ਦਾ ਸਮਝੌਤਾ ਹੋਇਆ ਕਿ ਤੁਸੀਂ ਬਾਈਕਾਟ ਕਰ ਦਿਓ, ਅਸੀਂ ਸਰਕਾਰ ਬਣਾਉਣੀ। ਅਤੇ ਉਹ ਸਰਕਾਰ ਪਤਾ ਕਿੰਨੀਆਂ ਵੋਟਾਂ 'ਤੇ ਬਣੀ ਸੀ? 25%। ਮਤਲਬ 100 ਬੰਦਾ ਖਿਲਾਫ, 75 ਬੰਦੇ ਖਿਲਾਫ ਸੀ। 100 ਵਿੱਚੋਂ 25 ਲੋਕਾਂ ਨੇ ਵੋਟ ਪਾਈ। ਅਤੇ ਉਦੋਂ ਮੁੱਖ ਮੰਤਰੀ ਕੌਣ ਬਣਿਆ? ਬੇਅੰਤਾ ਬੁੱਚੜ। ਉਹਨੇ ਫਿਰ ਸਾਡੇ ਸਿੱਖਾਂ ਦਾ ਲਹੂ ਪੀਤਾ, ਲਹੂ। ਸਾਡੀਆਂ ਧੀਆਂ ਦੀ ਇੱਜ਼ਤ ਰੋਲੀ, ਸਾਡੀਆਂ ਨੌਜਵਾਨ ਬੱਚੀਆਂ ਨੂੰ ਨਗਨ ਕਰਕੇ ਉਹਦੇ ਬਾਪ ਦੇ ਉੱਤੇ ਸਿੱਟਦੇ ਰਹੇ CS ਸਟਾਪਾਂ ਵਿੱਚ। ਅਤੇ ਸਿਟਵਾਉਂਦਾ ਕੌਣ ਰਿਹਾ? ਬਾਦਲ ਪਰਿਵਾਰ। ਪਿੱਛੇ ਕੌਣ ਸੀ? ਮੋਹਰੇ ਆਣ ਕੇ ਨਾਅਰਾ ਮਾਰਦੇ ਰਹੇ ਬਈ ਪੰਥ ਬੜਾ ਦੁਖੀ ਹੈ, ਇਹਨਾਂ ਨੇ ਬੜਾ ਕਿਹਾ। ਕਿਉਂ? ਨੂਰਾ ਕੁਸ਼ਤੀ, ਉਹ ਮੇਰੇ ਉਹ ਭੈਣੋ ਅਤੇ ਭਰਾਵੋ, ਨੂਰਾ ਕੁਸ਼ਤੀ ਅੰਦਰ ਵੜ ਕੇ ਜਿਨ ਮਨ ਹੋਰ ਮੁੱਖ ਹੋਰ ਸੇ ਕਾਂਡੇ ਕੱਚਿਆਂ। ਇਹ ਮਨੋਂ ਹੋਰ ਆ, ਮੁੱਖੋਂ ਹੋਰ ਆ। ਗਿਰਗਟ ਵੀ ਇਸ ਟੱਬਰ ਨੂੰ ਗਿਰਗਟ ਨੂੰ ਵੀ ਇਹ ਮਾਤ ਪਾ ਰਹੇ ਨੇ। ਅੱਜ ਕੀ ਹੋ ਰਿਹਾ? ਹੁਣ ਕੀ ਹੋ ਰਿਹਾ? ਸਾਡਾ ਆਈਵਾਸ਼, ਮੈਂ ਸਾਡੇ ਹੀ ਆਪਣੇ ਹੀ ਭਰਾਵਾਂ ਦੇ ਚਿਹਰੇ ਵੇਖ ਰਿਹਾ। ਉਹ ਕੁਛ ਸਾਡੇ ਮੀਡੀਆ ਵਾਲਿਆਂ ਨੂੰ ਵੀ ਆਦਤ ਆ, ਉਹ ਜਣੇ ਖਣੇ ਦੇ ਮੂੰਹ ਵਿੱਚ ਉਹ ਮਾਈਕ ਦੇਈ ਜਾਂਦੇ ਨੇ, ਬੋਲੋ 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 ਬੋਲੋ। ਲੋੜਾ ਸਾਈਂ ਦਾ ਹੋਇਆ ਕੀ ਹੈ? 3 ਸਿਪਾਹੀ ਉਹ ਮਦਰੇ ਜੇ ਭਾਜੀ ਦੇ ਘਟਾਲੇ, 3 ਸਿਪਾਹੀ, ਉਹ ਕੁਛ 6 ਸੀ, 3 ਸਿਪਾਹੀ ਸੱਦ ਲੈ, ਆਫਤ ਹੀ ਆ ਗਈ। ਰੌਲਾ ਹੀ ਪੈ ਗਿਆ, ਸਿਰ 'ਤੇ ਹੀ ਚੱਕ ਲਿਆ ਸਾਰਾ ਸੰਸਾਰ। ਵੀ ਐਡੇ ਕੁ ਬੰਦੇ ਨੂੰ ਕੀ ਲੋੜ ਆ? ਐਡੇ ਕੁ ਬੱਚੇ ਨੂੰ ਤਾਂ ਬੀਬੀਆਂ ਉਦੋਂ ਹੀ ਚੱਕ ਕੇ ਖੜਾ ਖੜੂ ਲੈਂਦੀਆਂ, ਇਹਨੂੰ ਕੀ ਲੋੜ ਪੈ ਗਈ ਬਈ? ਐਡੀ ਸਿਆਪੇ ਦੀ ਕਾਹਦੀ ਲੋੜ ਪੈ ਗਈ? 3 ਸਿਪਾਹੀ ਘਟਾਏ ਅਤੇ ਵੇਖੋ ਰੌਲਾ ਕੀ ਪੈ ਰਿਹਾ। ਉਹ ਸਿਕਿਉਰਟੀ ਵਾਪਸ ਲੈ ਲਈ ਜੀ, ਵਾਪਸ ਲੈ ਲਈ। ਅਤੇ 3 ਤਾਂ ਤੈਨੂੰ ਭਾਈ ਦਿੱਤੇ ਸੀ, ਤੂੰ ਉੱਦਾਂ ਕਹਿ ਵੀ ਮੇਰਾ ਜੀਅ ਨਹੀਂ ਲੱਗਦਾ, 6 ਨਹੀਂ ਜਾਣਾ। ਉਹ ਕਿਉਂ? ਤੁਹਾਨੂੰ ਅਤੇ ਸਾਨੂੰ ਗੁੰਮਰਾਹ ਕੀਤਾ ਜਾ ਰਿਹਾ ਵਾਇਆ ਜਥੇਦਾਰ। ਵਾਇਆ ਜਥੇਦਾਰ ਤੁਹਾਨੂੰ ਸਾਨੂੰ ਗੁੰਮਰਾਹ ਕੀਤਾ ਜਾ ਰਿਹਾ।
ਹੁਣ ਕਿ ਜਦੋਂ ਆਪਾਂ ਆਦਮੀ ਕੋਈ ਜ਼ਹਿਰ ਪੀ ਲਵੇ, ਸਾਡੇ ਪਿੰਡਾਂ ਜ਼ਹਿਰ ਪੀ ਜਾਂਦੇ ਨੇ ਨਾ ਕਈ ਵੀਰ, ਜ਼ਹਿਰ ਪੀ ਜਾਂਦੇ, ਉਹਨੂੰ ਕੀ ਕਰਦੇ ਆ, ICU 'ਚ ਜਾਣਾ ਹੁੰਦਾ। ਉੱਥੇ ਕੀ ਕਰਦੇ ਆ, ਆਕਸੀਜਨ ਲਾ ਕੇ ਉਹਦੀ ਜ਼ਹਿਰ ਕੱਢਣੀ ਹੁੰਦੀ ਆ, ਠੀਕ ਆ ਨਾ। ICU 'ਚ ਜਾ ਕੇ ਹੁਣ ਅਕਾਲ ਤਖ਼ਤ ਸਾਹਿਬ ਨੂੰ ICU ਬਣਾ ਰਿਹਾ, ਅਤੇ ਬਾਦਲ ਪਰਿਵਾਰ ਦੀ ਜ਼ਹਿਰ ਕੱਢ ਰਹੇ ਆ, ਬੇਅਦਬੀਆਂ ਵਾਲੀ ਜ਼ਹਿਰ ਕੱਢ ਰਹੇ ਆ। ਇਹ ਸੋਚੋ ਹੁਣ ਤੁਸੀਂ ਇਹਨਾਂ ਨੂੰ ਜ਼ਹਿਰ ਕੱਢਣ ਦੇਣੀ ਆ। ਇੱਕ ਜਥੇਦਾਰ ਹੋਰ ਵੀ ਹੁੰਦਾ ਸੀ, ਉਹਦਾ ਨਾਂ ਸੀ ਕਿਰਪਾਲ ਸਿੰਘ। ਉਹ 84 ਵੇਲੇ ਸੀ ਸ਼ਾਇਦ, ਜੇ ਮੈਂ ਭੁੱਲਦਾ ਨਾ ਹੋਵਾਂ। ਸਟੇਟਮੈਂਟਾਂ ਉਹ ਵੀ ਇਹਦੇ ਨਾਲ ਦੀਆਂ ਦਿੰਦਾ ਹੁੰਦਾ ਸੀ, ਹੈਗਾ ਉਹ ਵੀ ਸਿੰਘ ਸਾਹਿਬ ਹੀ ਸੀ। ਪਦਵੀ ਵੱਡੀ ਨਹੀਂ ਹੁੰਦੀ ਵੀਰੋ। ਆਪਾਂ ਪੰਜਾਬ ਭੈਣਾਂ ਵੀਰ ਬੈਠੇ ਹੋ, ਗੱਲੀ ਬਾਤੀ ਮੈਂ ਵੱਡੀ, ਕਰਤੂਤਨ ਵੱਡੀ। ਇਹ ਕਰਤੂਤਾਂ ਨਾਲ ਵੱਡੇ ਬਣਿਆ ਜਾਣਾ, ਗੱਲਾਂ ਬਾਤਾਂ ਨਹੀਂ ਵੱਡੇ ਬਣਿਆ ਜਾਣਾ। ਮੈਂ ਪੁੱਛਣਾ ਚਾਹੁੰਦਾ ਕਿ 78 ਦਾ, ਅਤੇ ਚਲੋ ਮੇਰਾ ਖਿਆਲ ਇਹਦਾ ਭਾਈ ਦਾ ਤਾਂ ਜਨਮ ਹੀ ਉਦੋਂ ਬਾਅਦ ਆ, ਜਿਹੜਾ ਜਥੇਦਾਰ ਆ, ਇਹਨੂੰ ਪਤਾ ਹੀ ਨਹੀਂ ਹੋਣਾ ਵੀ 78 'ਚ ਹੋਇਆ ਕੀ ਹੈ। ਅੱਛਾ, 84 ਦਾ ਸ਼ਾਇਦ ਥੋੜ੍ਹਾ ਬਹੁਤਾ ਪਤਾ ਹੋਵੇ। ਹੁਣ ਆਪਾਂ ਸਿੱਧੇ 2015 'ਤੇ ਆ ਜਾਂਦੇ ਹਾਂ। ਭਾਈ ਜੀ ਤੁਸੀਂ ਜਥੇਦਾਰ ਸੀਗੇ, ਇਹ ਜਥੇਦਾਰ ਨਹੀਂ ਸੀਗੇ ਤੇ ਤੁਸੀਂ ਮੁਕਤਸਰ ਸਾਹਿਬ ਦੇ ਪ੍ਰਚਾਰਕ ਸੀਗੇ ਉਦੋਂ, ਅਤੇ 5 ਪਿਆਰੇ ਬੋਲੇ। 5 ਪਿਆਰਿਆਂ ਨੇ ਕੀ ਕਿਹਾ ਵੀ ਜਿਹੜਾ ਸੌਦੇ ਸਾਧ ਨੂੰ ਮਾਫੀ ਦੇਣ ਵਾਲਾ, ਇਹ ਗੱਲ ਗਲਤ ਆ, ਬਿਲਕੁਲ ਗਲਤ ਆ, ਇਹ ਨਹੀਂ ਹੋਣਾ ਚਾਹੀਦਾ। ਆਵਾਜ਼ ਉਠਾਈ। ਦੁਨੀਆ ਦੇ ਇਤਿਹਾਸ ਵਿੱਚ ਕਦੇ 5 ਪਿਆਰੇ ਤਲਬ ਹੁੰਦੇ ਦੇਖੇ ਆ? ਮੱਕੜ ਦੇ ਰਾਹੀਂ 5 ਪਿਆਰੇ ਤਲਬ ਕਰਾਤੇ, 5 ਪਿਆਰੇ ਸਸਪੈਂਡ ਹੋਏ, ਤੁਹਾਡਾ ਕੰਸੈਪਟ ਸਸਪੈਂਡ ਕੀਤਾ। ਅਤੇ ਮੈਨੂੰ ਖਿਮਾ ਕਰਿਓ, ਕਲਗੀਧਰ ਜਥੇ ਦੇ ਜਥੇਦਾਰ ਜੀ ਬੈਠੇ ਆ, ਅਫਸੋਸ ਜਿੰਨੇ ਪੰਜਾਬ ਦੇ 5 ਪਿਆਰੇ ਸੀ, ਕੋਈ ਉਹਨਾਂ ਦੀ ਸਪੋਰਟ 'ਤੇ ਨਹੀਂ ਖੜ੍ਹਾ ਹੋਇਆ। ਵਾਟੀ ਦੱਸੇ ਕੀ ਹੋ ਰਿਹਾ। ਉਹ ਸਾਡੇ ਟੀਕੇ ਨਹੀਂ ਲਾ ਕੇ ਵੇਖਦੇ। 5 ਪਿਆਰਿਆਂ ਦਾ ਕੰਸੈਪਟ ਖਤਮ ਕੀਤਾ, ਅਸੀਂ ਭੁਲਾਤਾ। ਅਕਾਲ ਤਖ਼ਤ ਸਾਹਿਬ ਦਾ ਕੰਸੈਪਟ ਖਤਮ ਕਰਨ ਰਹੇ ਨੇ, ਅਸੀਂ ਭੁਲਾ ਰਹੇ ਹਾਂ। ਬੇਅਦਬੀ ਦੇ ਦੋਸ਼ੀ ਕਿਹਨੇ ਕੀਤੀ, ਕਿਹਨੇ ਕਰਾਈ, ਸਭ ਕੁਛ ਜੱਗ ਜਾ ਰਿਹਾ, ਅਤੇ ਅਸੀਂ ਗੋਡੇ ਨਾਲ ਗੋਡਾ ਜੋੜ ਕੇ ਬੈਠੇ ਹਾਂ ਜੀ। ਪੰਥਕ ਏਕਤਾ, ਬੰਦੀ ਸਿੰਘਾਂ ਦੀ ਰਿਹਾਈ। ਹੁਣ ਮੈਂ ਤੁਹਾਨੂੰ ਆ ਜਿਹੜੇ ਦੁਕਾਨਦਾਰ ਗੁਰਦੇਵ ਸਿੰਘ ਪ੍ਰੇਮੀ, ਜਿਹਨੇ ਬੁਰਜ ਜਵਾਹਰ ਸਿੰਘ ਵਾਲੇ ਤੋਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੋਰੀ ਕਰਵਾਇਆ ਸੀ, ਦੱਸੋ ਹੁਣ ਆਪਣਾ ਗੁਰੂ ਘਰ ਗੁਰੂ ਗ੍ਰੰਥ ਸਾਹਿਬ ਦਾ ਸਰੂਪ, ਆਪਾਂ ਸਾਰੇ ਜਾਣੇ ਇੱਥੇ ਬੈਠੇ ਹੋਏ ਆ, ਆਪਾਂ ਚਲੇ ਜਾਂਦੇ ਹਾਂ ਘਰਾਂ ਨੂੰ, ਘੰਟੇ ਬਾਅਦ ਇੱਥੋਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੋਰੀ ਹੋ ਜਾਊਗਾ? ਉੱਥੇ ਸੁਖਮਨੀ ਸਾਹਿਬ ਦੇ ਪਾਠ ਜਾਂ ਸਹਿਜ ਪਾਠ ਦੇ ਭੋਗ ਪੈਣ ਤੋਂ ਬਾਅਦ ਸਤਿਗੁਰਾਂ ਦੇ ਸਰੂਪ ਆਉਂਦੇ ਆ। ਗੁਰਦੇਵ ਪ੍ਰੇਮੀ ਨਿਸ਼ਾਨਦੇਹੀ ਕਰਦਾ, ਉਹਦੇ ਕਹਿਣ 'ਤੇ ਸਰੂਪ ਚੋਰੀ ਹੋ ਜਾਂਦੇ ਆ। ਕੋਈ ਗੱਲ ਹੁੰਦੀ ਨਹੀਂ, ਕੁਛ ਕਿਸੇ ਬੰਨੇ ਲੱਗਦੀ ਨਹੀਂ, ਨੌਜਵਾਨ ਠਾਣ ਲੈਂਦੇ ਆ, ਉਹਨੂੰ ਗੱਡੀ ਚਾੜ੍ਹ ਦਿੰਦੇ ਆ। ਉਹਨਾਂ ਨੂੰ ਸਜ਼ਾ ਪਤਾ ਕਿੰਨੀ ਹੋਈ ਹੈ? ਟਿਲ ਡੈਥ। ਇੱਕ ਮੁਕਤਸਰ ਹੈ, 2 ਫਰੀਦਕੋਟ ਹੈ। ਮੈਂ ਸਾਰਿਆਂ ਨੂੰ ਮਿਲਿਆ ਹੋਇਆ, ਮੈਂ ਮਿਲਿਆ ਹੋਇਆਂ ਦੀ ਗੱਲ ਕਰਦਾ, ਦੂਜਿਆਂ ਦੀ ਨਹੀਂ ਗੱਲ ਕਰਦਾ। ਉਮਰ ਕੈਦ ਹੋ ਗਈ ਨਾ, ਅਤੇ ਹੋਈ ਕਿਹਦੇ ਰਾਜ 'ਚ? ਬਾਦਲਾਂ ਦੇ ਰਾਜ 'ਚ। ਅਤੇ ਫਿਰ ਬੰਦੀ ਸਿੰਘ ਕਿਹੜੇ ਰਿਹਾ ਕਰਾਉਣੇ ਆ ਬਈ? ਬੰਦੀ ਬਣਾਉਣ ਵਾਲਾ ਕੌਣ ਆ? ਬਾਦਲ। ਫਿਰ ਘਵੱਦੀ ਵਿੱਚ ਇੱਕ ਜਨਾਨੀ ਬੇਅਦਬੀ ਕਰਦੀ ਹੈ, ਉਹ ਸ਼ਰੇਆਮ ਕਹਿੰਦੀ ਹੈ ਕਿ ਮੈਂ ਬੇਅਦਬੀ ਕੀਤੀ ਆ, ਮੈਂ ਮੁੰਡੇ ਨੂੰ ਸੇਵਾਦਾਰੀ ਦੀ ਪੋਸਟ ਦਿਵਾਉਣੀ ਚਾਹੁੰਦੀ ਸੀ, ਪਰ ਮੁੰਡੇ ਉੱਥੇ ਮੇਰੇ ਲੜਕੇ ਨੂੰ ਇਹ ਲੱਗਣ ਨਹੀਂ ਸੀ ਦਿੰਦੇ ਸੇਵਾਦਾਰ 'ਤੇ ਮੈਂ ਬੇਅਦਬੀ ਕੀਤੀ ਆ। ਨਹੀਂ ਪਰਚਾ ਕੀਤਾ ਚੱਜ ਨਾਲ, ਕੋਈ ਨਹੀਂ ਉਹਦੀ ਸਹੀ ਤਰੀਕੇ ਨਾਲ ਪੁੱਛ ਪੜਤਾਲ ਹੋਈ, ਉਹਨੂੰ ਜ਼ਮਾਨਤ ਹੋ ਗਈ, ਬਾਹਰ ਆ ਗਈ। ਨੌਜਵਾਨਾਂ ਨੇ ਪੁੱਛਿਆ, ਸਾਰਾ ਕੁਛ ਕਰਕੇ ਉਹਨੂੰ ਗੋਲੀ ਮਾਰ ਦਿੱਤੀ। ਕੋਈ ਅਲੋਕਾਰਾ ਕੰਮ ਤਾਂ ਨਹੀਂ ਕੀਤਾ? ਗੁਰੂ ਗ੍ਰੰਥ ਸਾਹਿਬ ਨੂੰ ਜੇ ਗੋਲੀ ਮਾਰਨ ਵਾਲੇ ਨੂੰ ਮਾਰ ਦੇਣਾ ਪਾਪ ਆ? ਦੱਸੋ। ਗੁਰੂ ਗ੍ਰੰਥ ਸਾਹਿਬ ਨੂੰ ਗੋਲੀ ਮਾਰਨ ਵਾਲਾ, ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਦਾ, ਉਹਨੂੰ ਜਿੰਦਾ ਛੱਡ ਦੇਣਾ ਚਾਹੀਦਾ ਕਿ ਮਾਰਨਾ ਚਾਹੀਦਾ? ਤੁਸੀਂ ਸਹਿਮਤ ਹੋ? 33 ਸਾਲ ਸਜ਼ਾ ਹੋਈ ਆ ਫਿਰ ਉਹਨਾਂ ਨੌਜਵਾਨਾਂ ਨੂੰ, 2 ਨੂੰ। ਰਾਜ ਕਿਹਦਾ? ਮੈਂ ਅੰਕੜਿਆਂ ਨਾਲ ਤੁਹਾਨੂੰ ਦੱਸ ਸਕਣਾ ਵਾ। ਅਸੀਂ ਦੇਖੋ, ਆਪਾਂ ਰੋਗ ਦੀ ਨਾ ਇਕੱਲੀ ਹੁਣ ਐਨਾਲਿਸਿਸ ਕਰੀ ਚੱਲੀਏ ਵੀ ਮੈਂ ਰੋਗਾਂ ਦੀ ਗੱਲ ਹੀ ਕਰੀ ਜਾਂਦਾ ਵੀ ਆਹ ਰੋਗ ਆ, ਇਹਦਾ ਹੱਲ ਕੀ ਆ? ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਦਾ ਦੂਰ ਕਰੋ ਲਿਵਲਾਏ, ਹਰਨਾਮੇ ਕੇ ਹੋਵੋ ਜੋੜੀ, ਗੁਰਮੁਖ ਬੈਸੋ ਸਫਾ ਵਿਛਾਈ। ਕਹਿਣ ਤੱਕ ਨਾ ਗੱਲ ਕਰੀਏ, ਹੁਣ ਵਿਛਾ ਲਈਏ ਸਫਾ। ਉਹ ਮਿੱਤਰੋ, ਉਹ ਦੁਨੀਆ ਦੇ ਅਣਖੀ ਪੰਜਾਬੀ ਬਹਾਦਰ ਵੀਰੋ ਤੇ ਭੈਣੋ, ਸਾਡੇ ਪਿਓ ਦੀ ਦਾੜੀ ਨੂੰ ਕੋਈ ਹੱਥ ਪਾ ਲੈ, ਅਸੀਂ 2 ਪੀੜ੍ਹੀਆਂ ਵੈਰ ਨਹੀਂ ਛੱਡਦੇ, ਕਤਲ ਤੱਕ ਹੋ ਜਾਂਦੇ ਹਾਂ। ਅੱਜ ਗੁਰੂ ਗ੍ਰੰਥ ਸਾਹਿਬ ਦੀ ਦਾੜੀ ਨੂੰ ਹੱਥ ਹਜੇ ਪਿਆ ਨਹੀਂ ਭਲਾ? ਅਤੇ ਪਵਾਉਣ ਵਾਲੇ ਕੌਣ ਆ? ਸਹਿਯੋਗੀ ਕੌਣ ਆ? ਲਲਕਾਰਾ ਕੌਣ ਮਾਰ ਰਹੇ ਨੇ?
कौन मार रहे ने ललकारा? ललकारा मारन, क्योंकि मैं कानून के फैंस में मैं परचे पुरचे बाबा ना, मैं उस तरीके की गल करनी चाहना जिहड़ा ललकारा मारन वाला उन्होंने सज़ा बराबर होंदी है। फिर ललकारे कौन मारते सी? कहते सानू कीड़ी तुरी जाती दीदी आ, बेदबी के दोषी लभे नहीं। अज कहते पंथ नूं बड़ा खतरा, धक्का हो गया, हरप्रीत की सिक्योरिटी वापस ले ली, धक्का हो गया। दसो किधर नूं चले असीं, की करन? असीं भी कही जाने नहीं जी नहीं, एकता होनी चाहिए। हाँ होनी चाहिए एकता। एकता किन्हां दी होनी चाहिए आ? इदां ते 52 सीटां की बस हुंदी, उहदे विच भी लोग बैठे हुंदे, की उन्हां दी एकता हुंदी है? बड़ा संसार तुरिया जा रहा, बड़े संसार के लोग बैठे हुए ने। इनू एकता ना समझो। ओ प्यारिओ, जिन्हां दे अंदर दर्द आ, जिन्हां नूं गुरु ग्रंथ साहब दा दर्द आ, घट्टो घट्ट इन्ना सोच लो भी असीं इन्हां ने साडे प्यो की दाड़ी नूं हत्थ पाया सी, जिन्हां लोकां ने पाया सी, इन्हां दा ते मैं शक्ल देखनी नहीं नसीब सानूं होनी चाहिए, ना लेना ते दूर दी गल है। अज ये गल्लां करी जांदे ने, बड़ियां गल्लां करदे ने, उच्चियां नीवियां गल्लां करी जांदे ने, आह कर देंगे वाह कर देंगे। एक होर ये लगे ने काम करन, वो तुहाडे आउण वाला ही आ, एक दो दिनां च सामने आ जाना। एकता करके जी इक्को ही उम्मीदवार, वो भी आक्सीजन की नाली आ, बस आक्सीजन की नाली आ, वो भी नाली लवाउणी आ ते साह देना बादल के टब्बर नूं। हुण मर्जी थोड़ी आ भी जे फिर सानू 18 महीने जेल जाना पैंदा ही रहूगा, फिर आह सरोपे तुसीं तैयार ही रखियो। हो सकदा असीं उत्थे जांदे जेलों च जांदे लिजांदे किते किसे दा कोई सत्यानाश गड्डी चढ़ा देण, फिर तुसीं घर दी नूं सरोपे देण वास्ते तैयार रहो। जे ते तुसीं देने हो साडीआं सिंघणीआं नूं सरोपे जां साडे परिवारां नूं सरोपे देने हो, ते फिर हैप्पी भाजी हुणां दी ਉਹ ਜਿਹੜੀ ਸੁਰੱਖਿਆ ਘਟੀ ਉਹਦਾ ਜ਼ਰੂਰ ਦੁੱਖ ਪ੍ਰਗਟ ਕਰਿਓ। ਤੇ ਜੇ ਤੁਹਾਨੂੰ ਲੱਗਦਾ ਕਿ ਜੁਗਰਾਜ ਸਿੰਘ ਤੂਫਾਨ, ਬੁੱਧ ਸਿੰਘ ਵਾਲਾ ਤੇ ਆਪਣਾ ਜਗਤਾਰ ਸਿੰਘ ਹਵਾਰਾ, ਪਰਮਜੀਤ ਸਿੰਘ ਭਿਉਰਾ, ਇਹ ਲੋਕ ਜੇ ਅੱਜ ਸ਼ਹਾਦਤ ਨੂੰ ਗਏ ਆ ਜਾਂ ਜੇਲ੍ਹਾਂ ਵਿੱਚ ਗਏ ਆ, ਇਹਦਾ ਜ਼ਿੰਮੇਵਾਰ बादल का कोड़मा जे उन्हां सारियां दी असीस लैनी है तो फिर सानू अज गुरु ग्रंथ साहब की हजूरी च पढ़न करना पऊगा भी असी जालमां दे नाल वरतारा रखना जां धर्मियां दे नाल। गल मित्रों, गल सज्जणों, गल मेरी सत्कारयोग मताबो भैणों ते सत्कारयोग बजुर्गो, गल उन्हां दी हुंदी है जिन्हां दे अंदर कोई गल हुंदी है। हुण फतेहगढ़ साहब आपां जाने आ, होर लोकां दी उत्थे गल हुंदी है, नवाब मलेरकोटले दी गल क्यों हुंदी है? क्यों हुंदी है? भी उहने हा दा नारा मारिया सी भी ये बच्चे शीर खोरे बच्चे है, इन्हां कोलों आपां बदला नहीं लेना, इन्हां दे प्यो नाल गल करांगे। ठीक है, हुण संतां नाल वैर कमाम दे, दुष्टां नाल मोह। हुण गुरु ग्रंथ साहब संत है या नहीं है, मैनू दसो? इदू वड्डा संत है? बाबे कबीर नूं नाली विच नहीं सुट्टिया, नहीं सुट्टिया, भगत रविदास जी नूं नहीं सुट्टिया नाली विच, फिर सैणजू नूं नहीं सुट्टिया, गुरु अर्जन साहब नूं नाली विच नहीं सुट्टिया, गुरु नानक नूं नाली विच नहीं सुट्टिया, खिलारिया नहीं नाली विच, नहीं खिलारिया, करदा ना पाड़दे नहीं हैगे, की कुछ नहीं किया साडे गुरुआं नाल, साडे भगतां दी बाणी नाल, साडे सतगुरु नाल, साडा सब कुछ गुरु ग्रंथ साहब आ। वो भले असीं फिर भुल्ले फिरदे हां, फिर उत्थे ही दसो, फिर साडा भी वो किते हाल ना होवे जिन मन होर मुख होर से कांडे कच्चिया। ओ भरावो, तुहाडे हथ जोड़ के चरनां ते सीस रख के तरला वा, डुल्ले बेड़ां दा कुछ नहीं जे विगड़िया, इहनूं छड्ड दो। आज जिन्ना दिन संगरूर की इलैक्शन नहीं ना होंदी, सोशल मीडिया वेखना छड्ड दो, पंथ ते आफत आई पई आ, सोशल मीडिया ते रौला पई जांदा, क्यों पई जांदा भी संगरूर वाली इलैक्शन आ। बस जिदन संगरूर वाली इलैक्शन हो गई उस दिन पंथ ठीक ठाक हो जाना। इस तुसीं एक किरपा कर दिओ जी, ये जरूरी है जिहड़ी गल कर रहे सिंह, लिख दिओ अपना ये ठीक। आपां किसे प्रोसैस वल विधना, आपां इत्थे जदों आपां मड़ियां कवरां ते अखंड पाठ साहब रोकदे सी, की हुंदा सी? इट्टां रख लईआं जांदियां सी कोठियां ते,
ਡਾਂਗਾ ਰੱਖ ਲਈਆਂ ਜਾਂਦੀਆਂ ਸੀ। ਕੁੱਟਦਾ ਕੌਣ ਸੀ? ਸਿੱਖ। ਕੁੱਟ ਖਾਣ ਵਾਲੇ ਕੌਣ ਸੀ? ਸਿੱਖ। ਅਤੇ ਕੁੱਟ ਪਵਾਉਂਦੇ ਕੌਣ ਸੀ? ਸਿੱਖ। ਉਹ ਕੌਣ ਸੀ? ਬਦਲ ਕੇ ਹੁਕਮਨਾਮੇ ਵੀ ਜਾਰੀ ਕਰਨੇ ਆ, ਪਾਠ ਵੀ ਆਗਿਆ ਆਪ ਦੇਣੀ ਆ, ਲੜਾਉਣਾ ਤੁਹਾਨੂੰ ਅਤੇ ਸਾਨੂੰ ਆ। ਫਿਰ ਇਹ ਜਿਹੜਾ ਜੋ ਵਰਤਾਰਾ ਹੁਣ ਤੱਕ ਚੱਲ ਰਿਹਾ ਸੱਜਣੋ, ਜੇ ਅਸੀਂ ਹਜੇ ਵੀ ਨਾ ਸਮਝੇ ਫਿਰ ਬਹੁਤ ਦੇਰ ਹੋ ਜਾਵੇਗੀ, ਬਹੁਤ ਦੇਰ ਹੋ ਜਾਵੇਗੀ। ਹਰ ਇੱਕ ਭਾਰਤ ਸਰਕਾਰ ਦਾ ਹੋਵੇ, ਪੰਜਾਬ ਸਰਕਾਰ ਦਾ ਹੋਵੇ, ਹਰ ਇੱਕ ਅਦਾਰੇ ਦੀ RTI ਰਾਹੀਂ ਜਾਣਕਾਰੀ ਮਿਲਦੀ ਆ ਵੀ ਕਿੰਨਾ ਖਰਚ ਹੋਇਆ, ਕਿੱਥੇ ਗਿਆ। ਇੱਕੋ ਅਦਾਰਾ ਜਿਹਦੀ ਕੋਈ ਜਾਣਕਾਰੀ ਨਹੀਂ। ਬੋਰੀ ਭਰੋ, ਜਿੱਥੇ ਮਰਜ਼ੀ ਵੰਡ ਦਿਓ, ਚੱਟਾ ਲੈ ਆਓ, ਸਮੈਕ ਲੈ ਆਓ, ਵੋਟਾਂ ਸਾਨੂੰ ਪਾ ਦਿਓ। ਹੁਣ ਗੋਲਕ ਪਈ ਇਹਨੇ ਵਿਚਾਰੀ ਨੇ ਕਿਸੇ ਨੂੰ ਕੀ ਕਹਿਣਾ? ਇਹਨੇ ਕਿਸੇ ਨੂੰ ਕੁਝ ਨਹੀਂ ਨਾ ਕਹਿਣਾ। ਇੱਥੋਂ ਭਰਦੇ ਬੋਰੀਆਂ ਜਾ ਕੇ ਵੰਡ ਦਿੰਦੇ ਆ। ਮੈਂ ਬਾਈ ਨੇਮ ਗੱਲ ਕਰਨੋਂ ਝਿਜਕੂੰਗਾ ਨਹੀਂ, ਕਿਉਂਕਿ ਮੈਨੂੰ ਕੀ ਆ, 20 ਆ, ਹੋਰ 2 ਸਹੀ, ਫਿਰ ਕੀ ਹੋਇਆ? ਫਗਵਾੜੇ ਦੀ ਸ਼ੂਗਰ ਮਿਲ ਦਾ ਮਾਲਕ ਹੈ। ਅਸੀਂ ਉਹਦੇ ਕੋਲ ਗਏ ਕਿਸੇ ਕੰਮ, ਉਹ SGPC ਮੈਂਬਰ ਆ। ਕਹਿੰਦਾ ਖਾਲਸਾ ਜੀ ਸੁਧਾਰ ਹੋਣ ਦੀ ਬੜੀ ਲੋੜ ਆ। ਮੈਂ ਕਿਹਾ ਜੀ ਦੱਸੋ ਕਾਰਨ ਕੀ ਆ? ਕਹਿੰਦਾ ਜਦੋਂ ਆਈਆਂ ਨਾ ਇਲੈਕਸ਼ਨਾਂ ਤਾਂ ਮੈਨੂੰ ਰਾਤ ਨੂੰ ਹੀ ਪ੍ਰਧਾਨ ਸਾਹਿਬ ਦਾ ਫੋਨ ਆਇਆ ਵੀ ਦਾੜੀ ਰੰਗਣੀ ਬੰਦ ਕਰ ਦਿਓ। ਅਤੇ ਮੈਂ ਆਖਿਆ ਵੀ ਹੁਣ ਨਿਆਣੇ ਨਿਊਣੇ ਵੀ ਹਜੇ ਵਿਆਹੁਣੇ ਆ, ਕਰਨੇ ਆ। ਕਹਿੰਦਾ ਨਹੀਂ, ਹੁਣ ਤੁਸੀਂ ਦਾੜੀ ਰੰਗਣੀ ਬੰਦ ਕਰੋ ਅਤੇ ਤੁਹਾਨੂੰ ਇਲੈਕਸ਼ਨ ਲੜਾਉਣੀ ਆ। ਦੱਸੋ ਜਿਹੜੇ ਬੰਦੇ ਰਾਤ ਨੂੰ ਦਾੜੀ ਰੰਗਣੀ ਬੰਦ ਕਰਦੇ ਆ, ਸਵੇਰੇ ਕਾਗਜ਼ ਭਰਨ ਜਾਂਦੇ, ਉਹ ਸਾਡਾ ਭਲਾ ਕਰ ਦੇਣਗੇ? ਉਹਦੀ ਜ਼ੁਬਾਨੀ ਹੈ, ਔਰ ਮੈਂ ਮੀਡੀਆ 'ਤੇ ਵੀ ਡਿਬੇਟ ਕਰਨ ਨੂੰ ਤਿਆਰ ਹਾਂ। ਇਹੋ ਜਿਹੇ ਕਿਰਦਾਰ ਦੇ ਲੋਕ ਆ। ਅਤੇ ਇਹਨਾਂ ਦੀ ਬੀਬੀ ਆਪਦੀ ਮਾਂ ਨੂੰ ਬਣਾਉਂਦੇ ਸੀ ਮਾਤਾ ਖੀਵੀ, ਅਤੇ ਗੁਰੂ ਨੇ ਬੜਾ ਵੱਡਾ ਫਿਰ ਉਹ ਜਦੋਂ ਨਾ ਨਦਰ ਪੁੱਠੀ ਜੇ ਕਰੇ ਸੁਲਤਾਨਾ ਘਾਉ ਕਰਾਈਂਦਾ, ਫਿਰ ਉਹਦੀ ਵੱਢਣੀ ਪਈ ਜੀਭ। ਉਹ ਗੁਰੂ ਤੇ ਬੜਾ ਕੁਛ ਕਰਦਾ, ਭੁਲੱਕੜੋ ਆਪਾਂ ਫਿਰ ਭੁੱਲੀ ਜਾਂਦੇ ਹਾਂ। ਫਿਰ ਨਹੀਂ ਜੀ ਨਹੀਂ, ਪੰਥਕ ਏਕਤਾ, ਵਾਟ ਇਜ਼ ਦਿਸ? ਕਿਹੜੀ ਪੰਥਕ ਏਕਤਾ ਯਾਰ? ਕਿਹੜੀ ਪੰਥਕ ਏਕਤਾ? ਕਿਹੜਾ ਪੰਥ ਅਤੇ ਕਿਹੜੀ ਏਕਤਾ? ਬਾਦਲਾਂ ਦੇ ਪਰਿਵਾਰ ਵਾਲਾ ਪੰਥ ਅਤੇ ਗੁਰੂ ਵਾਲਾ ਪੰਥ। ਹੁਣ ਜੇ ਤਾਂ ਹੈਗੇ ਗੁਰੂ ਦੇ ਸਿੱਖ, ਫਿਰ ਸਾਨੂੰ ਇੱਕ ਹੋਣਾ ਪਊਗਾ। ਅਤੇ ਜੇ ਫਿਰ ਬਾਦਲ ਦੇ ਸਿੱਖਾਂ, ਫਿਰ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣਾ ਬੰਦ ਕਰ ਦਈਏ, ਬਾਦਲ ਨੂੰ ਹੀ ਟੇਕਣ ਲੱਗ ਪਈਏ। ਕਿਉਂਕਿ ਉਹ ਨੂਰ ਮਹਿਲੀ ਵਾਂਗੂ ਹੋਰ 10 ਦਿਨਾਂ ਨੂੰ, 20 ਦਿਨਾਂ ਨੂੰ, ਮਹੀਨੇ ਨੂੰ ਕੰਮ 'ਤੇ ਬਣਨ ਵਾਲਾ ਹੀ, ਉਹਨੂੰ ਹੀ ਰੱਖ ਲਈਏ, ਦਫਾ ਕਰੀਏ ਪਰਾਂ। ਬਾਕੀ ਕੰਮ ਨਾਲੇ ਐਵੇਂ ਇੰਨਾ ਉਹਦੀ ਉਹ ਟੈਂਕੀ ਜੀ ਚੱਕ ਕੇ ਲੈ ਚੱਲਿਆ ਕਰਾਂਗੇ, ਜਿੱਧਰ ਕਿੱਧਰ ਮਰਜ਼ੀ ਚੱਲ ਮੇਰਾ ਭਾਈ, ਕੰਮ ਨਿਬੜਿਆ। ਆਪਾਂ ਗੁਰੂ ਦੇ ਸਿੱਖ ਬਣੀਏ, ਇਸ ਟੱਬਰ ਤੋਂ ਖਹਿੜਾ ਰੱਬ ਦਾ ਵਾਸਤਾ ਛੁਡਾ ਲਈਏ। ਰੱਬ ਦਾ ਵਾਸਤਾ ਤੁਹਾਨੂੰ ਬੜੇ ਇਹਨਾਂ ਨੇ ਮੜੀਆਂ ਦੇ ਹਵਾਲੇ ਕਰਤੇ ਆ। ਬੜਿਆਂ ਦੇ ਸੰਸਕਾਰ ਅਸੀਂ ਸਾਰੇ ਕਰ ਚੁੱਕੇ ਹਾਂ। ਬੜੇ ਜੇਲ੍ਹਾਂ ਵਿੱਚ ਧੱਕ ਦਿੱਤੇ ਆ। ਮਾਵਾਂ ਰੋਂਦੀਆਂ ਨੇ, ਭੈਣਾਂ ਰੋਂਦੀਆਂ ਨੇ, ਚੁੱਲ੍ਹਿਆਂ 'ਚ ਘਾਹ ਉੱਗ ਗਏ ਨੇ, ਅਤੇ ਬੜਿਆਂ ਦੇ ਉਗਾ ਦੇਣਗੇ ਗਾਂ। ਮਹਾਰਾਜ ਕਹਿੰਦੇ ਆਪਣ ਹੱਥੀ ਆਪਣਾ ਆਪੇ ਹੀ ਕਾਜ ਸਵਾਰੀਏ। ਜਿਹੜਾ ਬੰਦਾ ਇਹਨਾਂ ਦਾ ਪਿੰਡ ਦੀ ਸਰਪੰਚੀ ਤੋਂ ਰਹਿ ਜਾਂਦਾ ਜਾਂ ਮੈਂਬਰੀ ਤੋਂ ਰਹਿ ਜਾਂਦਾ, ਉਹਨੂੰ ਗੁਰਦੁਆਰੇ ਦਾ ਪ੍ਰਧਾਨ ਬਣਾ ਦਿੰਦੇ ਆ। ਜਿਹੜਾ ਬੰਦਾ ਸਰਪੰਚੀ ਹਰ ਜਾਏ, ਮੈਂਬਰੀ ਹਰ ਜਾਏ, ਉਹ ਕਹਿੰਦੇ ਵੀ ਹੁਣ ਇੱਕ ਪੋਸਟ ਤੇਰੇ ਲਈ ਖਾਲੀ ਆ, ਚੱਲ ਗੁਰਦੁਆਰੇ ਦਾ ਪ੍ਰਧਾਨ। ਜੇ ਅੜਿਆ ਥੋੜਿਆ ਫਿਰ DC ਨੂੰ ਕਹਿ ਕੇ ਪਿੰਡ ਦਾ ਲੰਬੜਦਾਰ ਬਣਾ ਦੇਣਗੇ। ਟਿਕਣ ਨਹੀਂ ਦਿੰਦੇ ਕਿਸੇ ਪਾਸੇ। ਅਤੇ ਹੁਣ ਕੁਝ ਨਹੀਂ ਜੇ ਹੋਇਆ, ਪੰਜਾਬ ਨੂੰ ਕੁਝ ਨਹੀਂ ਹੋਇਆ, ਸਿਰਫ ਅਤੇ ਸਿਰਫ ਇਹਨਾਂ ਦੀ ਕੁਰਸੀ ਨੂੰ ਖਤਰਾ ਹੈ, ਪੰਥ ਨੂੰ ਕੋਈ ਖਤਰਾ ਨਹੀਂ। ਪੰਥ ਕਲਗੀਆਂ ਵਾਲੇ ਦਾ 4 ਪਿੱਲਰ ਹੈ ਪੰਥ ਦੇ। ਉਹ ਗੁਰੂ ਗੋਬਿੰਦ ਸਿੰਘ ਨੇ ਆਪਣੇ ਪੁੱਤਾਂ ਦੇ ਸਿਰ ਲਾਏ ਆ 4 ਪਿੱਲਰਾਂ 'ਤੇ। 4 ਪੁੱਤ ਆ ਉਹਦੇ ਵਾਰੇ ਹੋਏ ਨੇ। ਸਾਡੇ ਐਡਾ ਅਮੀਰ ਵਿਰਸਾ ਸਾਡਾ, ਐਡਾ ਸਭ ਕੁਝ ਸਾਡਾ। ਇਹਨਾਂ ਨੇ ਕੀ ਕੀਤਾ? ਉਹ ਖੂਹਾਂ 'ਚ ਜ਼ਹਿਰ ਪਾਇਆ। ਸੁੰਦਰ ਸਿੰਘ ਮਜੀਠੀਏ ਵਰਗਿਆਂ ਨੇ ਕੀ ਕੀਤਾ? ਇਹ ਕੌਣ ਨੇ ਲੋਕ? ਸਾਰਾ ਇਤਿਹਾਸ ਦਾ ਸਾਨੂੰ ਪਤਾ। ਇਹਨਾਂ ਵਿਚਾਰਿਆਂ ਦਾ, ਆਪਣਿਆਂ ਕਥਾਵਾਚਕਾਂ ਦਾ, ਪ੍ਰਚਾਰਕਾਂ ਦਾ, ਰਾਗੀਆਂ ਦਾ, ਢਾਡੀਆਂ ਦਾ ਗਲ ਬਹਿ ਗਿਆ। ਹੁਣ ਤਾਂ ਸ਼ਰੇਆਮ ਵੀ ਕਹਿਣ ਲੱਗ ਗਏ। ਪਰ ਫਿਰ ਸਾਡਾ ਗੱਲ ਕੀ ਹੈ ਵੀ ਸ਼ਾਹਾਂ ਦਾ ਕਿਹਾ ਸਿਰ ਮੱਥੇ, ਪਰਨਾਲਾ ਉੱਥੇ ਦਾ ਉੱਥੇ ਹੀ। ਹੁਣ ਪਰਨਾਲਾ ਉੱਥੇ ਨਾ ਰੱਖੀਏ। ਹੁਣ ਵੇਲਾ ਹੈ, ਹੁਣ ਤੁਹਾਨੂੰ ਵੇਲਾ ਹੈ। ਜਿਹੜੀ ਗੱਲ ਬਾਬੇ ਬਲਕਾਰ ਸਿੰਘ ਹੋਣਾ ਨੇ ਕਹੀ ਸੀ, ਅਸੀਂ ਸਾਰਿਆਂ ਨੂੰ ਬਾਦਲਾਂ ਤੋਂ ਬਿਨਾਂ ਸਾਰਿਆਂ ਨੂੰ ਹੱਥ ਜੋੜਨ ਵਾਸਤੇ ਤੁਰੀਏ, ਸਾਰਿਆਂ ਨੂੰ ਬੇਨਤੀ ਕਰੀਏ। ਬਾਕੀ ਜੇ ਨਹੀਂ ਤੁਰਦੇ ਨਾ, ਉਹਦਾ ਇੱਕੋ ਹੀ ਹੱਲ ਹੁੰਦਾ, ਤੁਸੀਂ ਇਕੱਠੇ ਹੋਵੋ,
ਜਦੋਂ ਤੁਹਾਡੇ ਕੋਲ ਆਉਂਦੇ ਨੇ ਦੋਨੇ ਜਾਣੇ, ਦੋਨਾਂ ਦੇ ਬੰਦੇ, ਉਹਨੂੰ ਕਿ ਹਾਂ ਭਾਈ ਦੱਸ ਭਾਈ, ਉਹ ਕਹੂਗਾ ਜੀ ਸਦਭਾਵਨਾ ਨੂੰ ਪਾ ਦਿਓ ਵੋਟਾਂ ਜੀ, ਉਹ ਕਹੂਗਾ ਜੀ ਪੰਥਕ ਏਕਤਾ ਲਹਿਰ ਨੂੰ ਪਾ ਦਿਓ, ਉਹ ਕਹੂ ਵੀ ਤੁਸੀਂ ਦੋਨੇ ਜਾਣੇ ਜੁੜ ਜਾਓ ਫਿਰ ਪਾ ਦਿਆਂਗੇ, ਨਹੀਂ ਤਾਂ ਸਾਡਾ ਆਪਣਾ ਝੰਡਾ ਹੈਗਾ। ਗੱਲ ਖਤਮ, ਝਗੜਾ ਪਾਰ। ਕੋਈ ਐਡਾ ਇਲਜਾਵਰੇ ਦਾ ਸਵਾਲ ਨਹੀਂ ਹੈ। ਸ਼੍ਰੋਮਣੀ ਕਮੇਟੀ ਜਿੱਤ ਲਾਂਗੇ। ਅਸੀਂ ਉਹ ਲੋਕ ਹਾਂ ਜਿਨ੍ਹਾਂ ਨੇ ਜਮਜਮਾ ਤੋਪ ਦਾ ਪਹੀਆ ਟੁੱਟਣ 'ਤੇ ਗੋਲਾ ਚਲਾਉਣ ਲਈ ਅਸੀਂ ਸਿਰ ਦੇ ਦਿੱਤੇ। ਉਹਨਾਂ ਨੂੰ ਪਤਾ ਸੀ ਵੀ ਜਦੋਂ ਗੋਲਾ ਚੱਲਿਆ ਜਮਜਮਾ ਤੋਪ ਦਾ ਅਤੇ ਇੱਕ ਇਨਸਾਨ ਦਾ ਇੱਕ ਗੋਲੇ ਦੇ ਨਾਲ ਚੀਥੜੇ ਤੀਸੜੇ ਹੋ ਜਾਣਾ, ਪਰ ਲਾਈਨ ਲੱਗੀ ਹੋਈ ਸੀ ਅਤੇ ਲੜਾਈ ਹੋ ਰਹੀ ਸੀ, ਮੈਂ ਅੱਗੇ ਜਾਣਾ, ਮੈਂ ਅੱਗੇ ਜਾਣਾ। ਅਸੀਂ ਉਹਨਾਂ ਦੇ ਵਾਰਸ ਹਾਂ, ਉਹਨਾਂ ਦੇ ਵਾਰਸ ਹਾਂ ਨਾ। ਅਤੇ ਕਿੱਡੀ ਕੁ ਔਖੀ ਗੱਲ ਆ ਸ਼੍ਰੋਮਣੀ ਕਮੇਟੀ ਸਾਡੇ ਲਈ ਲੜਨੀ, ਕਿੱਡਾ ਬੜਾ ਔਖਾ ਕੰਮ ਨਹੀਂ ਹੈਗਾ। ਜੇ ਉਹ ਦਿੱਲੀ ਵਾਲੇ ਬੰਦੇ ਪੰਜਾਬ ਸੰਭਾਲ ਸਕਦੇ ਆ ਅਤੇ ਪੰਜਾਬ ਵਾਲੇ ਬੰਦੇ ਸ਼੍ਰੋਮਣੀ ਕਮੇਟੀ ਨਹੀਂ ਸੰਭਾਲ ਸਕਦੇ। ਅਸੀਂ ਸਿੱਖ ਸੰਗਤਾਂ ਸ਼੍ਰੋਮਣੀ ਕਮੇਟੀ ਨਹੀਂ ਸੰਭਾਲ ਸਕਦੀਆਂ। ਸਾਰਾ ਕੁਝ ਹੀ ਹੋ ਜਾਊਗਾ, ਖੇਤਰੀ ਪਾਰਟੀ ਵੀ ਬਣ ਜੂਗੀ, ਸਾਰਾ ਕੁਝ ਹੀ ਹੋ ਜਾਊਗਾ ਸਾਡੇ ਕੋਲੋਂ ਜੇ ਅਸੀਂ ਕਰਨ 'ਤੇ ਆ ਗਏ। ਅਸੀਂ ਹੌਲੈਂਡ ਖਰੀਦਣਾ ਜਾਣਦੇ ਹਾਂ, ਅਸੀਂ ਜੌਂਡੀਅਰ ਖਰੀਦਣਾ ਜਾਣਦੇ ਹਾਂ, ਅਸੀਂ ਗੁਆਂਢੀਆਂ ਦੀ ਜਾਇਦਾਦ ਖਰੀਦਣਾ ਜਾਣਦੇ, ਅਸੀਂ ਚੰਦ 'ਤੇ ਚਾੜ੍ਹਨਾ ਜਾਣਦੇ ਹਾਂ। ਕਿ ਅਸੀਂ ਹੁਣ ਬਾਦਲ ਪਰਿਵਾਰ ਨੂੰ ਨਹੀਂ ਇੱਥੋਂ ਦਫਾ ਕਰਨਾ ਜਾਣਦੇ? ਸਿਆਸੀ ਤੌਰ 'ਤੇ ਇਹਨਾਂ ਦੀ ਮੌਤ ਹੋ ਚੁੱਕੀ ਹੈ। ਧਾਰਮਿਕ ਤੌਰ 'ਤੇ ਇਹਨਾਂ ਦੀ ਜਿਹੜੀ ਥੋੜ੍ਹੀ ਜਿਹੀ ਹਜੇ ਜਗਦੀ ਆ। ਮੈਂ ਤਾਂ ਆਹ ਵੀਰ ਬੈਠੇ ਹੋਏ ਨੇ ਜਿਹੜੇ ਮੀਡੀਆ ਵਾਲੇ ਵੀਰ, ਇਹਨਾਂ ਦੇ ਰਾਹੀਂ ਕਹਿਣਾ ਚਾਹੁੰਦਾ ਵੀ ਆਹ ਜਿਹੜੇ ਕੁਝ ਲੋਕ ਸ਼੍ਰੋਮਣੀ ਕਮੇਟੀ ਵਿੱਚ ਹੈਗੇ ਨੇ ਜਿਹੜੇ ਗੁਰਸਿੱਖ ਆ, ਉਹ ਤੁਸੀਂ ਭਰਾਵੋ ਜ਼ਮੀਰ ਜਗਾ ਲਓ। ਹੁਣ ਤੁਸੀਂ ਦੱਸੋ ਵੀ 328 ਸਰੂਪ ਦਾ ਮਸਲਾ ਵੱਡਾ ਹੈ ਜਾਂ ਜਥੇਦਾਰ ਦੀ ਸਿਕਿਉਰਟੀ ਦਾ ਮਸਲਾ ਵੱਡਾ? 328 ਸਰੂਪ ਦਾ ਵੱਡਾ। ਬਾਈਬਲ ਬਰਗਾੜੀ ਵਾਲੀ ਬੇਅਦਬੀ ਵੱਡੀ ਹੈ ਕਿ ਸਿਕਿਉਰਟੀ ਵਾਲਾ ਮਸਲਾ ਵੱਡਾ? ਸਾਰੇ ਹੀ ਰੌਲਾ ਪਾਈ ਜਾਂਦੇ, ਹਾਏ 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 ਹਾਏ। ਕੀ ਯਾਰ, ਕੀ ਕਰਦੇ ਹੋ? ਸਾਨੂੰ ਭੁਲਾਇਆ ਜਾ ਰਿਹਾ, ਇੱਕ ਮੁੱਦੇ ਤੋਂ ਬਾਅਦ ਨਵਾਂ ਮੁੱਦਾ ਖੜਾ ਕੀਤਾ ਜਾ ਰਿਹਾ, ਨਵਾਂ ਮੁੱਦਾ ਕਿ ਪਿਛਲਾ ਮੁੱਦਾ ਖਤਮ ਹੋ ਜਾਏ। ਆਪਾਂ ਬਰਗਾੜੀ ਅਤੇ 328 ਸਰੂਪ ਸਤਿਗੁਰੂ ਪਾਤਸ਼ਾਹ ਦੇ ਜਿਹੜੇ ਚੋਰੀ ਕੀਤੇ ਨੇ, ਇਹ ਦੋ ਗੱਲਾਂ 'ਤੇ ਫੋਕਸ ਰੱਖ ਲਈਏ ਅਤੇ ਮੇਰਾ ਖਿਆਲ ਆ ਵੀ ਇਹਨਾਂ ਦੇ ਗਲੇ ਦੀ ਹੱਡੀ ਨੇ ਦੋਨੇ ਹੀ। ਇਦੋਂ ਵੱਧ ਹੋਰ ਕੁਝ ਨਹੀਂ ਕਰਨ ਦੀ ਲੋੜ। ਪਰੰਤੂ ਅਸੀਂ ਇਕੱਠੇ ਹੋਣਾ ਜਾਣਦੇ ਹਾਂ, ਪਰ ਇਕੱਠੇ ਹੋ ਕੇ ਚੱਲਣਾ ਨਹੀਂ ਜਾਣਦੇ। ਚੱਲ ਲਈਏ, ਸਮਾਂ ਹੈ ਸਾਡੇ ਕੋਲ, ਨਹੀਂ ਤਾਂ ਇਹ ਸਾਵਾਂ ਦੀ ਡੋਰ ਮੁੱਕ ਜਾਣੀ ਹੈ, ਫਿਰ ਪਛਤਾਵਾ ਹੀ ਪੱਲੇ ਰਹਿ ਜਾਣਾ। ਉਦੋਂ ਬਾਅਦ ਕੁਝ ਨਹੀਂ ਜੇ ਬਣਨ ਵਾਲਾ। ਇਸ ਕਰਕੇ ਵੀਰੋ, ਜਿੰਨੀਆਂ ਸੰਗਤਾਂ ਤੁਸੀਂ ਇੱਥੇ ਮਾਵਾਂ ਭੈਣਾਂ ਬਜ਼ੁਰਗ ਬੱਚੇ ਚੱਲ ਕੇ ਆਏ ਹੋ, ਸਾਰਿਆਂ ਦਾ ਚੱਲਿਆ ਹੋਇਆ ਸਿਰ ਮੱਥੇ ਜੀ ਆਇਆਂ ਨੂੰ। ਆਏ ਕਾਹਦੇ ਖਾਤਰ ਹੋ ਕਿ ਕੋਈ ਬੰਦਾ 328 ਸਰੂਪਾਂ ਵਾਸਤੇ ਜੇਲ੍ਹ ਕੱਟ ਕੇ ਆਇਆ। ਤੁਹਾਡਾ ਧੰਨਵਾਦ, ਤੁਹਾਡਾ ਧੰਨਵਾਦ। ਪਰੰਤੂ ਹੁਣ ਜਿਨ੍ਹਾਂ ਨੇ ਉਸ ਬੰਦੇ ਨੂੰ ਜੇਲ੍ਹ ਭੇਜਿਆ ਉਹ ਕੌਣ ਨੇ? ਤੁਹਾਨੂੰ ਪਤਾ ਹੈ ਨਾ, ਉਹਨਾਂ ਨੂੰ ਭਜਾਉਣਾ ਆਪਾਂ। ਜਿਨ੍ਹਾਂ ਨੇ ਮੇਰੀਆਂ ਸਤਿਕਾਰਯੋਗ ਭੈਣਾਂ ਨੂੰ ਕਿਹਾ ਵੀ ਥੁੱਕ ਕੇ ਚੱਟੋ ਟਾਸਕ ਫੋਰਸ ਨੇ, ਉਹ ਕੌਣ ਨੇ? ਉਹਨਾਂ ਨੂੰ ਖਦੇੜਨਾ। ਜਿਨ੍ਹਾਂ ਲੋਕਾਂ ਨੇ ਦਸਤਾਰਾਂ ਦੀ ਬੇਅਦਬੀ ਕੀਤੀ, ਕਕਾਰਾਂ ਦੀ ਬੇਅਦਬੀ ਕੀਤੀ, ਸਿੱਖਾਂ ਨੂੰ ਕੁੱਟਿਆ, ਇੱਦਾਂ ਦੇ ਭੈੜੇ ਭੈੜੇ ਸ਼ਬਦ ਵਰਤੇ, ਐਡਾ ਤਸ਼ੱਦਦ ਕੀਤਾ ਕਿ ਜਿਹੜਾ ਸ਼੍ਰੋਮਣੀ ਕਮੇਟੀ ਦਾ ਉਹ ਚਾਰਦੀਵਾਰੀ ਸੀਗੀ ਤੇਜਾ ਸਿੰਘ ਸਮੁੰਦਰੀ ਹਾਲ ਦੀ, ਉਹਨੂੰ ਇੱਕ ਸੀਏ ਸਟਾਫ ਵਾਂਗੂ ਇੰਟੈਰੋਗੇਟ ਸੈਂਟਰ ਬਣਾਇਆ ਸੀ। ਉਹਨਾਂ ਲੋਕਾਂ ਦਾ ਕਸੂਰ ਹੈ? ਟਾਸਕ ਫੋਰਸ ਵਾਲਿਆਂ ਦਾ ਕਸੂਰ ਹੈ ਬਈ? ਕੋਈ ਕਸੂਰ ਨਹੀਂ ਉਹਨਾਂ ਦਾ। ਉਹ ਤਾਂ ਤਨਖਾਹ ਵਾਲੇ ਲੋਕ ਆ। ਉਹਨਾਂ ਕੋਲ ਕਰਵਾਇਆ ਕਿਹਨੇ ਆ? ਇਹ ਜਿਹੜੀ ਵੱਡੀ ਗੱਲ ਕਰਵਾਈ ਕਿਹਨੇ ਆ? ਐਡਾ ਵੱਡਾ ਹੌਸਲਾ ਉਹਨੂੰ ਦਿੱਤਾ ਕਿਹਨੇ ਆ? ਉਹ ਪਿੱਛੇ ਉਹੋ ਹੀ ਪਰਿਵਾਰ ਹੈ। ਇੱਕ ਪਰਿਵਾਰ ਸਾਡੇ ਸਿੰਘ ਵੀ ਸ਼ਹੀਦ ਕਰਾ ਰਿਹਾ, ਬੇਅਦਬੀ ਦਾ ਇਨਸਾਫ ਮੰਗਣ ਵਾਲਿਆਂ ਨੂੰ ਡਾਂਗਾ ਮਾਰ ਰਿਹਾ, ਸਾਰਾ ਕੁਝ ਕਰ ਰਿਹਾ, ਪਰ ਅਸੀਂ ਫੇਰ ਵੀ ਉਹਨਾਂ ਤੋਂ ਡਰੀ ਜਾਂਦੇ ਹਾਂ। ਅਸੀਂ ਪੰਜਾਬੀ ਹਾਂ, ਬਾਗੀ ਸੁਭਾਅ ਦੇ ਲੋਕ ਹਾਂ। ਤੁਸੀਂ ਆਪਣਾ ਬਾਗੀਪੁਣਾ ਦਿਖਾਓ, ਇਸ ਪਰਿਵਾਰ ਨੂੰ ਦਿਖਾ ਦਿਓ ਕਿ ਖਾਲਸਾ ਪੰਥ ਅਜੇ ਜਿੰਦਾ ਹੈ, ਖਾਲਸਾ ਪੰਥ ਅਜੇ ਹੈ। ਅੱਜ ਸ੍ਰੀ ਦਰਬਾਰ ਸਾਹਿਬ ਬੇਅਦਬੀ ਕਰਨ ਵਾਲੇ ਪਹੁੰਚ ਗਏ ਆ, ਹੋਈ ਆ ਨਾ ਪਿੱਛੇ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ 'ਤੇ ਪਹੁੰਚ ਗਏ ਆ।
ਉਹਦਾ ਕੋਈ ਸਾਨੂੰ ਨਹੀਂ ਹੈ ਵੀ ਸਾਡੀ ਟਾਸਕ ਫੋਰਸ ਹੈ। ਕਿਸੇ 'ਚ ਇੰਨੀ ਹਿੰਮਤ ਨਹੀਂ ਪਈ ਵੀ ਤਖ਼ਤ ਸਾਹਿਬ 'ਤੇ ਜਿਹੜਾ ਗਿਆ ਅਨੰਦਪੁਰ ਸਾਹਿਬ, ਤਖ਼ਤ ਸਾਹਿਬ 'ਤੇ ਵੀ ਉਹਨੂੰ ਧੱਕਾ ਮਾਰ ਕੇ ਥੱਲੇ ਹੀ ਛੱਡ ਦਈਏ। ਟਾਸਕ ਫੋਰਸ ਦੀ ਹਿੰਮਤ ਨਹੀਂ ਪਈ। ਪਰ ਜੇ ਕੋਈ ਸਿੱਖ ਉੱਥੇ ਮੰਗਣ ਚੱਲ ਜਾਏ ਇਨਸਾਫ, ਉਹਨੂੰ ਡਾਂਗਾਂ ਨਾਲ ਕੁੱਟਦੇ ਆ। ਦੱਸੋ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਬਾਰੇ ਸਾਨੂੰ ਨਹੀਂ ਪਤਾ। ਅਤੇ ਹੁਣ ਅੰਤ ਵਿੱਚ ਮੈਂ ਇੱਕ ਗੱਲ ਕਰਾਂ, ਕੁਝ ਸੱਜਣ ਸਾਜੇ ਬੈਠੇ ਨੇ, ਉਹ ਕਹਿੰਦੇ ਸੀ ਜੀ ਮਤੇ ਪੜ੍ਹਦੇ ਰਹੇ, 2015 ਤੋਂ ਲੈ ਕੇ 21 ਤੱਕ ਮਤੇ ਪੜ੍ਹੇ ਆ, ਹਰ ਥਾਂ ਪੰਥ ਦਾ ਇਕੱਠ, ਪੰਥ ਦਾ ਇਕੱਠ ਆ। ਉਸ ਮਤਿਆਂ 'ਚੋਂ ਬਹੁਤੇ ਮਤਿਆਂ ਦੀ ਤੇ ਚਲੋ ਆਪਾਂ ਨਾ ਗੱਲ ਕਰੀਏ, ਇੱਕ ਮਤਾ ਜ਼ਰੂਰ ਹੁੰਦਾ ਸੀ ਵੀ ਇਸ ਪਰਿਵਾਰ ਦਾ ਖਾਲਸਾ ਪੰਥ ਬਾਈਕਾਟ ਕਰਦਾ। ਇਹ ਮਤਾ ਜ਼ਰੂਰ ਸੀ ਹਰ ਮਤੇ 'ਚ, ਭਾਵੇਂ ਇਹਨਾਂ ਤੋਂ ਕਾਪੀਆਂ ਲੈ ਲਓ, ਕਢਾ ਲਓ, ਅਖਬਾਰੀ ਵੇਖ ਲਓ, ਹਰ ਜਿੱਥੇ ਵੀ ਇਕੱਠ ਹੋਇਆ ਇਸ ਪਰਿਵਾਰ ਦਾ ਬਾਈਕਾਟ ਆ। ਹੁਣ ਕਹਿੰਦੇ ਸਰੰਗਰੂਰ ਵਾਲੀ ਸੀਟ 'ਤੇ ਸਮਝੌਤਾ ਹੋ ਗਿਆ। ਹੁਣ 2015 ਦੀ ਬੇਅਦਬੀ ਭੁੱਲ ਗਈ, ਫਿਰ ਬਾਕੀ ਸਾਰੇ ਮੁੱਦੇ ਭੁੱਲ ਗਏ, ਬਾਈਕਾਟ ਕਿੱਧਰ ਗਏ। ਹੁਣ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਖਾਧੀਆਂ ਹੋਈਆਂ, ਤੁਹਾਡੇ ਕੀਤੇ ਹੋਏ ਵਾਅਦੇ, ਖਾਧੀਆਂ ਹੋਈਆਂ ਕਸਮਾਂ ਕਿੱਥੇ ਚਲੇ ਗਈਆਂ। ਫਿਰ ਬੀਬੀ ਜੀ ਦੀ ਅਰਦਾਸ ਪੂਰੀ ਹੋ ਜਾਣੀ ਆ। ਫਿਰ ਨਾ ਆਖਿਓ ਦੱਸਿਆ ਨਹੀਂ। ਉਹਨੇ ਸੱਚੀ ਕਿਹਾ ਸੀ ਵੀ ਜਿਹਨੇ ਬੇਅਦਬੀ ਕੀਤੀ ਕਰਾਈ ਉਹਨਾਂ ਦਾ ਕੱਖ ਨਾ ਰਹੇ। ਅਤੇ ਜੇ ਤੁਸੀਂ ਵੀ ਵਾਅਦੇ ਕੀਤੇ, ਅਸੀਂ ਵੀ ਅੱਜ ਕਹਿੰਦੇ ਤੁਹਾਡਾ ਕੱਖ ਨਾ ਰਹੇ, ਜਿਹੜੇ ਕੌਮ ਨੂੰ ਗੁੰਮਰਾਹ ਕਰਦੇ ਹੋ। ਗੁਰੂ ਗ੍ਰੰਥ ਸਾਹਿਬ ਦੇ ਨਾਂ ਦੇ ਉੱਤੇ ਖਿਲਰੇ ਪੰਨਿਆਂ ਦੇ ਉੱਤੇ ਸਿਆਸਤੀ ਕੀਤੀ ਆ, ਸਿਆਸਤੀ ਕਰੀ ਜਾਂਦੇ ਹੋ। ਗੁਰੂ ਗ੍ਰੰਥ ਸਾਹਿਬ ਦੇ ਖਿਲਰੇ ਹੋਏ ਅੰਗਾਂ ਦੇ ਉੱਤੇ ਸਿਆਸਤ ਕਰੀ ਜਾਂਦੇ ਹੋ, ਸਿੰਘਾਂ ਦੇ ਡੁੱਲੇ ਹੋਏ ਖੂਨ ਦੇ ਉੱਤੇ ਸਿਆਸਤਾਂ ਕਰੀ ਜਾਂਦੇ ਹੋ। ਮੈਂ ਉਹ ਮੰਜ਼ਰ ਭੈਣੋ ਵੇਖਿਆ, ਵੀਰੋ ਵੇਖਿਆ, ਜਿੱਦਣ ਕਿਸ਼ਨ ਭਗਵਾਨ ਸਿੰਘ ਅਤੇ ਗੁਰਜੀਤ ਸਿੰਘ ਦੇ ਘਰੇ ਉਹਨਾਂ ਦੀਆਂ ਲਾਸ਼ਾਂ ਪਈਆਂ ਸੀ। ਮੈਂ ਉੱਥੇ ਸੀ ਸਾਰੀ ਰਾਤ। ਮੈਂ ਸਾਰਾ ਕੁਝ ਅੱਖਾਂ ਨਾਲ ਵੇਖਿਆ, ਕਿਵੇਂ ਉਹ ਮਾਵਾਂ ਅਤੇ ਭੈਣਾਂ ਵਿਲਕਦੀਆਂ ਨੇ, ਕਿਵੇਂ ਉਹ ਛੋਟੇ ਛੋਟੇ ਬੱਚੇ ਵਿਲਕਦੇ ਨੇ, ਕਿਵੇਂ ਬੱਚੇ ਅਨਾਥ ਹੋ ਜਾਂਦੇ ਨੇ, ਕਿਵੇਂ ਦਾ ਮੰਜ਼ਰ ਹੁੰਦਾ ਉਹ ਜਦੋਂ ਕੋਈ ਚਲਿਆ ਜਾਂਦਾ। ਪਰੰਤੂ ਇਹ ਲੋਕ ਕਿਸੇ ਚੰਗੇ ਹੋਟਲਾਂ 'ਚ ਪਾਰਟੀ ਕਰ ਰਹੇ ਹੁੰਦੇ ਅਤੇ ਹੱਸ ਰਹੇ ਹੁੰਦੇ ਨੇ ਉੱਥੇ ਵੀ ਦੇਖੋ। ਹੁਣ ਤੁਸੀਂ ਸੋਸ਼ਲ ਮੀਡੀਆ 'ਤੇ ਲੜੀ ਜਾਂਦੇ ਐਵੇਂ, ਹਾਏ ਹੈਪੀ ਭਾਜੀ, ਉਹ ਕਹਿੰਦੇ ਵੀ ਬੜੇ ਕਮਲੇ ਆ ਬਈ, ਬੜੇ ਭੁਲੱਕੜ ਆ, ਇੱਕ ਟੋਟਕਾ ਛੱਡੀ ਦਾ ਸਾਰਾ ਕੁਝ ਇੱਕੇ ਦਿਨ ਹੀ ਭੁੱਲ ਜਾਂਦੇ। ਸੋ ਨਾ ਭੁੱਲੋ ਵਾਸਤਾ ਗੁਰੂ ਗ੍ਰੰਥ ਸਾਹਿਬ ਦਾ, ਨਾ ਭੁੱਲੋ। ਸਾਨੂੰ ਗੁੰਮਰਾਹ ਕੀਤਾ ਜਾ ਰਿਹਾ, ਨਾ ਗੁੰਮਰਾਹ ਹੋਈਏ। ਹੁਣ ਆਪਾਂ ਚੇਤੇ ਵਿੱਚ ਰੱਖਣਾ 1 ਜੂਨ, ਆਉਣ ਵਾਲਾ 1 ਜੂਨ, ਬੁਰਜ ਜਵਾਹਰ ਸਿੰਘ ਤੋਂ ਸਤਿਗੁਰੂ ਸਾਹਿਬ ਜੀ ਦੇ ਸਰੂਪ ਚੋਰੀ ਹੁੰਦੇ ਆ। ਉਸ ਦਿਹਾੜੇ ਨੂੰ ਤਰਜਮਾਨੀ ਕਰਦਾ ਹੋਇਆ ਇੱਕ ਮੋਟਰਸਾਈਕਲ ਮਾਰਚ ਸਿੰਘਾਂ ਨੇ ਆਯੋਜਿਤ ਕੀਤਾ। ਆਪਾਂ ਸਾਰਿਆਂ ਨੇ ਰਲ ਮਿਲ ਕੇ ਕਾਲੇ ਝੰਡੇ ਬੰਨ੍ਹ ਕੇ 1 ਜੂਨ ਨੂੰ ਬੁਰਜ ਜਵਾਹਰ ਸਿੰਘ ਵਾਲੇ ਪਹੁੰਚਣਾ। ਬੁਰਜ ਜਵਾਹਰ ਸਿੰਘ ਤੋਂ ਗੁਰੂ ਸਾਹਿਬ ਦਾ ਸਰੂਪ ਜਾ ਕੇ ਬਰਗਾੜੀ ਖਿਲਾਰਿਆ ਸੀ। ਮਾਰਚ ਬਰਗਾੜੀ ਜਾਵੇਗਾ ਅਤੇ ਫਿਰ ਸ਼ਹੀਦੀ ਸਿੰਘਾਂ ਦੀ ਬੇਅਦਬੀ ਇਨਸਾਫ ਵਾਸਤੇ ਬਹਿਬਲ 'ਤੇ ਹੋ ਜਾਂਦੀ ਅੱਡੇ 'ਤੇ, ਜਿੱਥੇ ਸਿੰਘ ਸ਼ਹੀਦ ਹੋਏ ਸੀ ਉਸੇ ਅੱਡੇ 'ਤੇ ਜਾ ਕੇ ਸਮਾਪਤੀ ਹੋਵੇਗੀ। ਮੇਰੀਆਂ ਧੀਆਂ, ਮਾਵਾਂ, ਭੈਣਾਂ, ਬਜ਼ੁਰਗ ਸਾਰੇ ਉੱਥੇ ਪਹੁੰਚ ਸਕਨੇ ਹੋ। ਜਿਹੜੇ ਮੋਟਰਸਾਈਕਲਾਂ 'ਤੇ ਆਓ ਬਹੁਤ ਵਧੀਆ, ਕੋਈ ਹੋਰ ਸਾਧਨਾਂ 'ਤੇ ਵੀ ਆਓ ਅਤੇ ਉਹ ਚੰਗੀ ਗੱਲ ਆ। 1 ਤਰੀਕ ਨੂੰ ਠੀਕ 8 ਵਜੇ ਬੁਰਜ ਜਵਾਹਰ ਸਿੰਘ ਵਾਲੇ ਪਹੁੰਚਣਾ। ਮੋਟਰਸਾਈਕਲਾਂ 'ਤੇ ਆਪਣੇ ਵਹੀਕਲਾਂ 'ਤੇ ਕਾਲੇ ਝੰਡੇ, ਹੋ ਸਕਦਾ ਜੇ ਕਾਲੀ ਦਸਤਾਰ ਵੀ ਸਜਾ ਲਿਆਉਂ ਅਤੇ ਬਹੁਤ ਵਧੀਆ, ਕਿਉਂਕਿ ਸਾਨੂੰ ਭੁਲਾਇਆ ਜਾ ਰਿਹਾ, ਜੂਨ ਹੀ ਚੁਣਿਆ ਜਾ ਰਿਹਾ। ਹਰ ਵਾਰੀ ਜੂਨ ਚੁਣਦੇ ਆ, ਇਹ ਜੂਨ ਹੀ ਚੁਣਦੇ ਆ। ਜੂਨ 84 'ਚ ਵੀ ਜੂਨ ਹੀ ਆ ਅਤੇ 2015 'ਚ ਵੀ ਜੂਨ ਹੀ। ਜੂਨ ਕਿਉਂ ਚੁਣੀ ਜਾ ਰਹੀ ਹੈ? ਕਿਉਂਕਿ ਜੂਨ ਵਿੱਚ ਮੇਰੇ ਪਾਤਸ਼ਾਹ ਤੱਤੀਆਂ ਤਵੀਆਂ 'ਤੇ ਬੈਠੇ ਸੀ, ਗੁਰੂ ਅਰਜਨ ਪਾਤਸ਼ਾਹ। ਸੋ ਇਸ ਕਰਕੇ ਵੀਰੋ ਭੈਣੋ, ਬਹੁਤ ਕੁਝ ਬੋਲਿਆ ਸਾਰਿਆਂ ਨੇ, ਅਸੀਂ ਆਪਦੇ ਮਨ ਦੇ ਵਿਚਾਰ ਰੱਖੇ ਆ, ਗੱਲ ਕੀਤੀ ਹੈ, ਪਰ ਕੀਤੀ ਕਿਉਂ ਹੈ? ਸਾਨੂੰ ਕੋਈ ਉਸ ਪਰਿਵਾਰ ਨਾਲ, ਉਹਨਾਂ ਕੋਲ 750 ਖੇਤ ਜ਼ਮੀਨ ਆ, ਹਜ਼ਾਰਾਂ ਏਕੜਾਂ ਦੀ ਪ੍ਰਾਪਰਟੀ ਹੈ, ਵਾਹਿਗੁਰੂ ਹਜ਼ਾਰਾਂ ਅਰਬਾਂ ਦੀ ਪ੍ਰਾਪਰਟੀ ਆ, ਮੇਰਾ ਖਿਆਲ ਮਿਲੀਅਨ ਹੋਣਗੇ। ਸਾਡਾ ਕੋਈ ਲੈਣਾ ਦੇਣਾ ਨਹੀਂ ਉਹਨਾਂ ਨਾਲ, ਸਾਡਾ ਕੋਈ ਵੰਡ ਵਿਹਾਰ ਨਹੀਂ, ਸਾਡੀ ਕੋਈ ਨਿੱਜੀ ਲੜਾਈ ਨਹੀਂ। ਅਸੀਂ ਕਹਿੰਦੇ ਹਾਂ ਗੁਰੂ ਗ੍ਰੰਥ ਸਾਹਿਬ 'ਤੇ ਕਬਜ਼ਾ ਕਰਨਾ ਛੱਡ ਦਿਓ ਬਸ। ਗੁਰੂ ਗ੍ਰੰਥ ਸਾਹਿਬ 'ਤੇ ਅਸੀਂ ਕਬਜ਼ਾ ਕਿਸੇ ਨੂੰ ਕਰਨ ਦਿਆਂਗੇ? ਜਾਂ ਗੁਰੂ ਗ੍ਰੰਥ ਸਾਹਿਬ ਦੇ ਨਾਲ ਜਿਹੜੇ ਵਧੀਕੀਆਂ ਕਰਦੇ ਲੋਕ, ਜਿਹੜੇ ਲੋਕ ਉਹਨਾਂ ਦਾ ਸਾਥ ਦਿੰਦੇ ਆ, ਆਪਾਂ ਉਹਨਾਂ ਵਾਸਤੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦੇ ਹਾਂ। ਇਸ ਕਰਕੇ 1 ਜੂਨ ਨੂੰ ਆਓ ਪਹੁੰਚੀਏ, ਕਿਉਂਕਿ ਇਹ ਚਾਹੁੰਦੇ ਆ ਕਿ ਨਵੇਂ ਮੁੱਦੇ ਖੜ੍ਹੇ ਕਰ ਦਿਓ, ਪੁਰਾਣੇ ਲੋਕ ਭੁੱਲ ਜਾਣ, ਸੰਗਤਾਂ ਪੁਰਾਣੇ ਭੁੱਲ ਜਾਣ। ਪਰ ਸੰਗਤ ਪੁਰਾਣੇ ਭੁੱਲ ਜੂਗੀ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਭੁੱਲੇ ਤਾਂ ਨਹੀਂ ਤੁਸੀਂ? ਨਹੀਂ ਭੁੱਲੇ ਜੀ। ਫਿਰ ਪੜ੍ਹੋ, ਜੇ ਜੀਵੇ ਪਤ ਲੱਥੀ ਜਾਏ, ਜੇ ਜੀਵੇ ਪਤ ਲੱਥੀ ਜਾਏ।
सब हराम जेता किश खाए, सब हराम जेता किश खाए। जे जींदा ते गुरु की बेअदबी का इंसाफ नहीं लिखा, पत्त लथ गई है ना साडी। जे साडा गुरु गलियां च खिलर गया, साडे गुरु दे नाल वधीकियां हो गईयां, साडी पत्त काहदी रहेगी भी, साडी आ दस्तार काहदी रहेगी। मैं तो वैसे ये गल कही सी, जिन्ना चिर 328 का सरूपां का हिसाब नहीं लेना, सरूपा नहीं, पर हुण जेल चों आया ये प्रवृत्ति तुरू शुरू हुई संगतां दे प्यार अगे, फिर वो सारे जड़े टुट जांदी है गल। परंतु जे जीवे पत लथी जाए, सब हराम जेता किश। हुण साडा फिर खाना हराम होना चाहिए उन्ना चिर जिन्ना चिर इस बादल नूं परिवार नूं गलम्यों फड़ के श्रोमणी कमेटी तो परे नहीं कर देंदे, उन्ना चिर साडा खाना हराम होना चाहिए। की नहीं हो सकता कल्ला कल्ला सिख प्रचार कर सकता जे असीं एक दूजे के खिलाफ पोस्टां पा सकते हैं। असीं एक आ जी मिशनरी आ टकसाली आ तरना दल ने जी 5 बाणियां नहीं पढ़ियां ने, 2 पढ़ियां ने, 1 पढ़ियां आ कर सकते हैं। असीं ये नहीं कर सकते भी असली दोषी बादल टब्बर, असली दोषी बादल टब्बर। फड़िए डंडा, बाकी अपने आप ही सारी कुछ गल बाहर आ जाएगी, सारा कुछ हो जाएगा। सो बहुत कुछ भरम भुलेखे साडे विच पाए जा रहे हैं, उन्हां भरम भुलेखिਆਂ चों निकलिए, संप्रदाई वंड विचों निकल आइए। गुरबाणी मानण दा विषय है। हुण प्रशादे लई तो कोई कंडीशन नहीं है, किसी दा पेट उहदी भुख है 2 प्रशादे, किसी दी भुख आ 5 प्रशादे, किसी दी भुख आ 7 प्रशादे, किसी दी 14-15 भी हो सकती है। ये पेट दी है ना। हुण किसी दी भुख है जपजी साहब, किसी दी भुख है 2 बाणियां, किसी दी भुख है 5 बाणियां, पर गुरु का हुक्म 5 है, 5 सवेर दियां 2 7 दियां। ये आत्मा की भुख है, इनू आत्मा की भुख बनाइए, झगड़े का विषय नहीं है। झगड़े का विषय छड्डो, कोई नहीं। जेड़ा जपजी साहब पढ़न लग पिया समझ लो बूटा लग गया, उन्हें पढ़ लेनिया ने। 5 सवेरे 2 शाम पढ़िया करिए। जे हजे अमृत नहीं छकिया तो घट्टो घट्ट जपजी साहब का पाठ शाम की रहरास साहब, नहीं तो अजकल सोशल मीडिया का युग आ, होर गंदा मंदा बहुत कुछ ही सुनते हैं, वो सुनना बंद करिए। गुरबाणी गुरबाणी जदों साडे कन्नां विच पै गई, फिर सारे मसले हल। क्यों? गुरबाणी कन्नां विच पई ना भाई तारू सिंह दे, खोपड़ लै गया, गल खत्म हो गई, परवाह कोई नहीं। निरभौ जपै सगल भौ मिटे। तो आपां भी इस निरभौ नूं जपना शुरू करिए। तो 1 जिहड़ी जून आ उहदा याद ना भुलायो। हुण उत्थों लैके इत्थों तक जिन्ने भी तुसीं बैठे हो, सारियां दा धन्नवाद। छोटे छोटे बच्चों का, बजुर्गों का, माइयां का, भाइयों का, सारियां दा धन्नवाद। जी आयां नूं। ये समागम साडे तां ही सफल आ जे असीं निशाना, साडा निशाना बरकरार रहे तां। सो होइयां भुल्लां चुक्कां दी खिमा, संगत दे परताए जे कुछ वध घट किया गया होवे उहदी खिमा, परंतु बादल के टब्बर को माफ़ी मंगण दी कोई लोड़ नहीं। वो इदों भी नीच है, क्योंकि ये शब्द इत्थे कह ही नहीं जा सकते जिन्ने वो नीच आ। होइयां भुल्लां चुक्कां दी खिमा। वाहिगुरू जी का खालसा, वाहिगुरू जी की फतेह। सत श्री अकाल।